ਸਤਨਾਮ ਧੰਨ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਜੀ। ਰਾਗ ਧਨਾਸਰੀ। ਬਾਣੀ ਭਗਤ ਕਬੀਰ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਨਕ ਸਨੰਦ ਮਹੇਸ਼ ਸਮਾਨਾ। ਸੇਖ ਨਾਗ ਤੇਰੋ ਮਰਮ ਨਾ ਜਾਨਾ। ਸੰਤ ਸੰਗਤ ਰਾਮ ਹਿਰਦੈ ਵਸਾਈ। ਰਹਾਉ ਹਨੂਮਾਨ ਸਰ ਗਰੜ ਸਮਾਨਾ। ਸੁਰਪਤ ਨਰਪਤ ਨਹੀਂ ਗੁਣ ਜਾਨਾ। ਚਾਰ ਵੇਦ ਅਰ ਸਿਮਰਤ ਪੁਰਾਨਾ। ਕਮਲਾ ਪਤ ਕਵਲਾ ਨਹੀਂ ਜਾਨਾ। ਕਹਿ ਕਬੀਰ ਸੋ ਭਰਮੈ ਨਾਹੀ। ਪਗ ਲਗ ਰਾਮ ਰਹਿ ਸਰ ਨਾਹੀ। ਕਹਿ ਕਬੀਰ ਸੋ ਭਰਮੈ ਨਾਹੀ। ਪਗ ਲਗ ਰਾਮ ਰਹਿ ਸਰ ਨਾਹੀ। ਪਰਮ ਸਨਮਾਨਯੋਗ ਚਬਰ ਛਤਰ ਤਗਤ ਦੇ ਮਾਲਕ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ਼ਬਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਅਤੀ ਸਤਿਕਾਰਯੋਗ ਸਤ ਸੰਗੀ ਜਨੋ, ਆਓ ਗੁਰਮਤਿ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਦਬ ਸਤਿਕਾਰ ਸਹਿਤ ਗੁਰ ਫਤਿਹ ਪ੍ਰਵਾਨ ਕਰੋ।
ਸਾਰੇ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਅਕਾਲ ਪੁਰਖ ਪਰਮਾਤਮਾ ਜੀ ਨੇ ਸਾਡੇ ਤੇ ਬੜੀ ਹੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ, ਤਾਂ ਜੋ ਸਾਨੂੰ ਸਤਿਗੁਰਾਂ ਦੀ ਪਾਵਨ ਗੋਦ ਦੇ ਅੰਦਰ ਮਿਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਜਿਸ ਤਰ੍ਹਾਂ ਆਪ ਜੀ ਹਰ ਰੋਜ਼ ਭਗਤ ਸਹਿਬਾਨਾਂ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਸਰਵਣ ਕਰਦੇ ਆ ਰਹੇ ਹੋ, ਉਸੇ ਲੜੀ ਦੇ ਤਹਿਤ ਅੱਜ ਦਾ ਜੋ ਪਾਵਨ ਸ਼ਬਦ ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ, ਜਿਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਅੰਦਰ ਭਗਤ ਬਾਬਾ ਕਬੀਰ ਜੀ ਸਤ ਸੰਗਤ ਦੀ ਵਡਿਆਈ ਨੂੰ ਬਿਆਨ ਕਰਦੇ ਹੋਏ, ਗੁਰਮੁਖਾਂ ਦੀ ਸੰਗਤ ਦੀ ਵਡਿਆਈ ਨੂੰ ਬਿਆਨ ਕਰਦੇ ਹੋਏ ਬਖਸ਼ਿਸ਼ ਕਰਦੇ ਹੈ। ਕਹਿੰਦੇ ਹੈ, ਸਤ ਸੰਗਤ ਰਾਮ ਹਿਰਦੈ ਬਸਾਈ। ਸਤ ਸੰਗਤ ਦਾ ਅਰਥ ਹੁੰਦਾ ਗੁਰਮੁਖਾਂ ਦੀ ਸੰਗਤ, ਸਾਧੂਆਂ ਦੀ ਸੰਗਤ, ਨਾਮ ਜਪਣ ਵਾਲਿਆਂ ਦੀ ਸੰਗਤ। ਕਿਉਂਕਿ ਗੁਰਮੁਖੋ, ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਜਿੱਥੇ ਸਾਨੂੰ ਸਾਖਤਾਂ ਦੀ ਸੰਗਤ ਤੋਂ ਵਰਜੀ ਹੈ, ਜਿਵੇਂ ਆਪਾਂ ਭਗਤ ਬਾਬਾ ਕਬੀਰ ਜੀ ਦਾ ਪਾਵਨ ਸ਼ਬਦ ਪੜ੍ਹਦੇ ਹਾਂ, ਕਬੀਰ ਸਾਖਤ ਸੰਗ ਨ ਕੀਜੀਐ, ਦੂਰੈ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਿਸ ਲਾਗੈ ਦਾਗ। ਭਗਤ ਬਾਬਾ ਕਬੀਰ ਜੀ ਕਹਿੰਦੇ ਹੈ, ਕਦੇ ਵੀ ਸਾਗਤ ਬੰਦੇ ਦਾ ਸੰਗ ਨਹੀਂ ਕਰਨਾ, ਕਿਉਂਕਿ ਜਿਵੇਂ ਆਪਾਂ ਕਿਸੇ ਕਾਲਖ ਵਾਲੀ ਵਸਤੂ ਨੂੰ ਟੱਚ ਕਰਾਂਗੇ, ਕੋਈ ਭਾਂਡਾ ਕਾਲਖ ਦੇ ਨਾਲ ਭਰਿਆ ਹੋਏਗਾ, ਉਹਦੇ ਨੇੜੇ ਜਾਵਾਂਗੇ ਤਾਂ ਸਾਡੇ ਤਨ ਨੂੰ ਕਾਲਖ ਲੱਗੇਗੀ। ਇਸੇ ਤਰ੍ਹਾਂ ਭਗਤ ਬਾਬਾ ਕਬੀਰ ਜੀ ਕਹਿੰਦੇ, ਜਦੋਂ ਸਾਗਤ ਦਾ ਸੰਗ ਕੋਈ ਕਰਦਾ ਹੈ ਨਾ, ਫਿਰ ਸਾਗਤ ਮਨੁੱਖ ਦੇ ਮਾੜੇ ਜੀਵਨ ਦਾ ਪ੍ਰਭਾਵ ਵੀ ਸਾਡੇ ਜੀਵਨ 'ਤੇ ਪੈਂਦਾ ਹੈ। ਕਬੀਰ ਸਾਗਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ। ਦੂਰੈ ਜਾਈਐ ਭਾਗ ਦਾ ਭਾਵ ਕੀ ਹੈ? ਵੀ ਸਾਗਤ ਬੰਦੇ ਨਾਲੋਂ ਪਾਸਾ ਵੱਟ ਕੇ ਲੰਘ ਜਾਣਾ ਹੀ ਚੰਗਾ ਹੈ। ਕਿਉਂਕਿ ਗੁਰਮੁਖੋ, ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਜਿੱਦਾਂ ਦੇ ਮਨੁੱਖ ਦੀ ਸੰਗਤ ਮਨੁੱਖ ਕਰੇਗਾ ਨਾ, ਉੱਦਾਂ ਦਾ ਪ੍ਰਭਾਵ ਹੀ ਮਨੁੱਖ ਦੇ ਜੀਵਨ 'ਤੇ ਪਏਗਾ। ਮੈਂ ਜਿਹੜੀ ਬੇਨਤੀ ਕਰ ਰਿਹਾ ਕਿ ਜਿੱਥੇ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਸਾਨੂੰ ਸਾਗਤਾਂ ਦੀ ਸੰਗਤ ਤੋਂ ਵਰਜੇ ਹੈ, ਪਰ ਦੂਸਰੇ ਪਾਸੇ ਸਤਿਗੁਰਾਂ ਨੇ ਆਖਿਆ, ਜੇ ਆਪਣੇ ਜੀਵਨ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾਉਣਾ, ਜੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾਉਣਾ, ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹਨਾਂ ਗੁਰਮੁਖਾਂ ਦੀ ਸੰਗਤ ਕਰੀ, ਉਹਨਾਂ ਗੁਰਮੁਖਾਂ ਦਾ ਸੰਗ ਮਾਣੀ, ਜਿਹੜੇ ਗੁਰਮੁਖ ਜਨ ਪਰਮਾਤਮਾ ਦੇ ਨਾਮ ਵਿੱਚ ਰਤੇ ਹੋਏ ਹੈ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਧੰਨ ਗੁਰੂ ਅਰਜਨ ਸਾਹਿਬ ਜੀ ਬਖਸ਼ਿਸ਼ ਕਰਦੇ ਹੈ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪਰਵਾਨ ਗਣੀ ਸਈ ਇਹ ਆਏ, ਸਫਲ ਤਿਨਾ ਕੇ ਕੰਮ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੇ ਹਰੀ, ਤੇਰੇ ਸੰਤ ਜਨ ਗੁਰਮੁਖ ਜਨ ਵੱਡਿਆਂ ਭਾਗਾਂ ਵਾਲੇ ਨੇ। ਕਿਉਂ ਵੱਡਿਆਂ ਭਾਗਾਂ ਵਾਲੇ ਨੇ? ਕਿਉਂਕਿ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹਨਾਂ ਨੇ ਆਪਣੇ ਹਿਰਦੇ ਰੂਪੀ ਘਰ ਵਿੱਚ ਤੇਰਾ ਨਾਮ ਰੂਪੀ ਧਨ ਟਿਕਾਇਆ ਹੋਇਆ। ਗੁਰਮੁਖੋ, ਦੋ ਤਰ੍ਹਾਂ ਦਾ ਧਨ ਹੈ। ਇੱਕ ਹੈ ਦੁਨਿਆਵੀ ਧਨ, ਜਿਹੜੇ ਅਸੀਂ ਸਾਰੇ ਉਸ ਧਨ ਨੂੰ ਇਕੱਤਰ ਕਰਦੇ ਹਾਂ, ਪਰ ਸੱਚੇ ਪਾਤਸ਼ਾਹ ਜੀ ਨੇ ਆਖਿਆ, ਇੱਕ ਹੈ ਨਾਮ ਰੂਪੀ ਧਨ, ਜਿਸ ਨਾਮ ਰੂਪੀ ਧਨ ਨੂੰ ਵਿਹਾਜਣ ਵਾਲੇ ਬਿਰਲੇ ਗੁਰਮੁਖ ਹੁੰਦੇ। ਤਾਂ ਕਰਕੇ ਅਸੀਂ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਸੂਟ ਗਈ ਸੰਸਾਰੀ। ਗੁਰਮੁਖੋ, ਇੱਕ ਗੱਲ ਚੇਤੇ ਰੱਖੋ, ਜੇ ਅਸੀਂ ਗੁਰਮੁਖਾਂ ਦੀ ਸੰਗਤ ਕਰਾਂਗੇ ਤਾਂ ਸਾਡੀ ਪਰਮਾਤਮਾ ਨਾਲ ਸਾਂਝ ਬਣੇਗੀ। ਜੇ ਸਾਗਤਾਂ ਦਾ ਸੰਗ ਕਰਾਂਗੇ, ਫਿਰ ਸਾਡੀ ਪਰਮਾਤਮਾ ਨਾਲ ਦੂਰੀ ਪਏਗੀ।
ਤਾਂ ਕਰਕੇ ਮੈਂ ਬੇਨਤੀ ਕਰ ਰਿਹਾ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ। ਅੱਗੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਪਰਵਾਨ ਗਣੀ ਸੇ ਇਹ ਆਏ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਗੁਰਮੁਖੋ ਸੰਸਾਰ 'ਤੇ ਬੜੇ ਮਨੁੱਖ ਜਨਮ ਲੈਂਦੇ ਹੈ, ਆਪਣੀ ਜ਼ਿੰਦਗੀ ਦਾ ਸਮਾਂ ਭੋਗ ਕੇ ਸੰਸਾਰ ਤੋਂ ਚਲੇ ਜਾਂਦੇ ਹੈ, ਪਰ ਸੰਸਾਰ 'ਤੇ ਆਉਣਾ ਸਫਲ, ਸੰਸਾਰ 'ਤੇ ਆਉਣਾ ਪਰਵਾਨ ਉਹਨਾਂ ਦਾ ਹੁੰਦਾ ਹੈ ਜਿਹੜੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ। ਤਾਂ ਕਰਕੇ ਸੱਚੇ ਪਾਤਸ਼ਾਹ ਜੀ ਨੇ ਆਖਿਆ, ਪਰਵਾਨ ਗਣੀ, ਹੇ ਮਾਲਕ, ਹੇ ਹਰੀ, ਤੇਰੀਆਂ ਨਜ਼ਰਾਂ ਵਿੱਚ ਉਹਨਾਂ ਦਾ ਹੀ ਆਉਣਾ ਸੰਸਾਰ 'ਤੇ ਪਰਵਾਨ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਘਰ ਵਿੱਚ ਤੇਰੇ ਨਾਮ ਰੂਪੀ ਧਨ ਨੂੰ ਟਿਕਾਇਆ ਹੋਇਆ। ਪਰਵਾਨ ਗਣੀ ਸਈ ਇਹ ਆਏ, ਸਫਲ ਤਿਨਾ ਕੇ ਕਾਮਾ। ਮੇਰੇ ਰਾਮ ਹਰ ਜਨ ਕੈ ਹਉ ਵੱਲ ਜਾਈ, ਕੇਸਾਂ ਕਾ ਕਰ ਚਬਰ ਢੁਲਾਵਾ। ਚਰਨ ਧੂੜ ਮੁਖ ਲਾਈ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਅੱਗੇ ਸੱਚੇ ਪਾਤਸ਼ਾਹ ਜੀ ਕਹਿੰਦੇ, ਕੇਵਲ ਉਹ ਆਪ ਨਹੀਂ ਜੁੜੇ, ਜਿਵੇਂ ਅਸੀਂ ਪਾਣੀ ਵਿੱਚ ਸ਼ਬਦ ਪਾਵਨ ਸ਼ਬਦ ਪੜ੍ਹਦੇ ਹਾਂ, ਆਪ ਜਪੈ ਅਵਰੈ ਨਾਮ ਜਪਾਵੈ। ਗੁਰਮੁਖਾਂ ਦਾ ਜੀਵਨ ਕੀ ਹੈ? ਜਿੱਥੇ ਉਹ ਪਰਮਾਤਮਾ ਦੇ ਨਾਮ ਨਾਲ ਆਪ ਜੁੜੇ ਹੈ, ਉੱਥੇ ਉਹ ਸਾਨੂੰ ਵੀ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਉਸ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਹੈ। ਤਾਂ ਕਰਕੇ ਸੱਚੇ ਪਾਤਸ਼ਾਹ ਜੀ ਨੇ ਆਖਿਆ, ਜੀ ਦਾਨ ਦੇ ਭਗਤੀ ਲਾਇਨ। ਕਿਉਂ ਗੁਰਮੁਖਾਂ ਦੀ ਸੰਗਤ ਕਰਨੀ ਹੈ? ਮੈਂ ਬੇਨਤੀ ਕੀਤੀ ਹੈ ਨਾ ਵੀ ਸਤਿਗੁਰੂ ਜੀ ਨੇ ਇੱਕ ਬੰਨੇ 'ਤੇ ਇਹ ਗੱਲ ਕਹੀ ਵੀ ਸਾਨੂੰ ਸਾਗਤਾਂ ਦੀ ਸੰਗ ਨਹੀਂ ਕਰਨਾ ਚਾਹੀਦਾ, ਸਾਨੂੰ ਸਾਗਤਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਪਰ ਦੂਸਰੇ ਬੰਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਨੂੰ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ, ਰੰਗੇ ਹੋਇਆਂ ਦੀ ਸੰਗਤ ਕਰਨੀ ਚਾਹੀਦੀ ਹੈ। ਕਿਉਂਕਿ ਗੁਰਮੁਖੋ ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਗੁਰਮੁਖ ਜਨ ਜਿੱਥੇ ਪਰਮਾਤਮਾ ਦੇ ਨਾਮ ਨਾਲ ਆਪ ਜੁੜੇ ਹੁੰਦੇ ਹੈ, ਉੱਥੇ ਸਾਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਪਰਮਾਤਮਾ ਨਾਲ ਮਿਲਾ ਦਿੰਦੇ। ਤਾਂ ਕਰਕੇ ਭਗਤ ਜੀ ਨੇ ਆਖਿਆ, ਸਤ ਸੰਗਤ ਰਾਮ ਹਿਰਦੈ ਵਸਾਈ। ਕਹਿੰਦੇ ਮੈਂ ਸੰਤਾਂ ਦੀ ਸੰਗਤ ਵਿੱਚ ਰਹਿ ਕੇ, ਹੁਣ ਸੰਤਾਂ ਦੀ ਸੰਗਤ ਕੀ ਹੈ? ਗੁਰਮੁਖਾਂ ਦੀ ਸੰਗਤ। ਮੈਂ ਬਾਣੀ ਵਿੱਚ ਇੱਕ ਪਾਵਨ ਸ਼ਬਦ ਪੜ੍ਹਿਆ, ਜਿੱਥੇ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ ਕੈ ਹਿਰਦੈ ਸੱਚ ਵਸਿਆ ਸੋਈ, ਤਿਨ ਕੀ ਸੰਗਤ ਗੁਰਮੁਖ ਹੋਈ। ਅਸੀਂ ਕਹਿੰਦੇ ਹਾਂ ਗੁਰਮੁਖਾਂ ਦੀ ਸੰਗਤ ਕਰੋ, ਕਮਾਈ ਵਾਲਿਆਂ ਦੀ ਸੰਗਤ ਕਰੋ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖਾਂ ਦੀ ਸੰਗਤ ਵੀ ਉਹੀ ਹੈ, ਭਾਵ ਜਿਨ੍ਹਾਂ ਦੇ ਅੰਦਰ ਕੇਵਲ ਸੱਚ ਟਿਕਿਆ ਹੋਇਆ। ਤਾਂ ਹੀ ਅਸੀਂ ਪਾਣੀ ਵਿੱਚ ਪਾਵਨ ਸ਼ਬਦ ਪੜ੍ਹਦੇ ਹਾਂ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲਸਨ ਬ੍ਰਹਮ ਗਿਆਨੀ ਹੋਏ। ਹੁਣ ਭਗਤ ਜੀ ਕਹਿੰਦੇ ਮੈਂ ਸੰਤਾਂ ਦੀ ਸੰਗਤ ਵਿੱਚ ਰਹਿ ਕੇ, ਭਾਵ ਗੁਰਮੁਖਾਂ ਦੀ ਸੰਗਤ ਕਰਕੇ, ਗੁਰੂ ਦੀ ਸੰਗਤ ਕਰਕੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਕਿਉਂਕਿ ਗੁਰਮੁਖੋ ਜੇ ਪਰਮਾਤਮਾ ਦਾ ਨਾਮ ਦ੍ਰਿੜ ਕਰਨਾ ਹੈ ਨਾ, ਜੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ, ਤਾਂ ਸਾਨੂੰ ਗੁਰਮੁਖਾਂ ਦੀ ਸੰਗਤ ਕਰਨੀ ਪਏਗੀ। ਨਾਮ ਜਪਣ ਵਾਲਿਆਂ ਦੀ, ਕਮਾਈ ਵਾਲਿਆਂ ਦੀ ਸੰਗਤ ਕਰਨੀ ਪਏਗੀ, ਸਾਨੂੰ ਗੁਰੂ ਦੀ ਸੰਗਤ ਕਰਨੀ ਪਏਗੀ। ਕਿਉਂਕਿ ਪੂਰਾ ਸਤਿਗੁਰੂ ਹੀ ਸਾਨੂੰ ਪਰਮਾਤਮਾ ਦਾ ਨਾਮ ਦ੍ਰਿੜ ਕਰਾ ਸਕਦਾ ਹੈ। ਆਓ ਆਪਾਂ ਆਰੰਭਤਾ ਤੋਂ ਪਾਵਨ ਸ਼ਬਦ ਨੂੰ ਵਿਚਾਰੀਏ। ਇੱਕ ਵਾਰੀ ਸਾਰੇ ਗੱਜ ਕੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਰਾਗ ਧਨਾਸਰੀ। ਬਾਣੀ ਭਗਤ ਕਬੀਰ ਜੀ ਕੀ। ਰਾਗ ਧਨਾਸਰੀ ਦੇ ਅੰਦਰ ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ। ਮੈਂ ਪਿਛਲੇ ਦਿਨਾਂ ਵਿੱਚ ਵੀ ਇਹ ਨੁਕਤਾ ਤੁਹਾਡੇ ਨਾਲ ਸਾਂਝਾ ਕੀਤਾ ਸੀ। ਗੁਰਮੁਖੋ, ਜਿਨ੍ਹਾਂ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹਨਾਂ 15 ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਨੇ ਭਗਤ ਬਾਬਾ ਕਬੀਰ ਜੀ। ਕਿਉਂਕਿ ਗੁਰੂ ਸਾਹਿਬਾਨਾਂ ਦੀ ਪਾਵਨ ਬਾਣੀ ਤੋਂ ਬਾਅਦ ਭਗਤ ਬਾਬਾ ਕਬੀਰ ਜੀ ਦੀ ਪਾਵਨ ਬਾਣੀ ਦੀ ਆਰੰਭਤਾ ਹੁੰਦੀ ਹੈ। ਹੁਣ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਵਿੱਚ 2 ਗੱਲਾਂ ਦਾ ਜ਼ਿਕਰ ਖਾਸ ਕਰਕੇ ਕੀਤਾ। ਭਗਤ ਜੀ ਨੇ
ਇੱਕ ਤੇ ਜ਼ਿਕਰ ਕੀਤਾ ਵੀ ਮੈਂ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਕਿਵੇਂ ਵਸਾਇਆ ਹੈ। ਤੇ ਦੂਸਰਾ ਭਗਤ ਜੀ ਜ਼ਿਕਰ ਕਰਦੇ ਵੀ ਕੋਈ ਵੀ ਮਨੁੱਖ ਜਿਹੜਾ ਹੈ ਭਾਵੇਂ ਜਿੰਨਾ ਮਰਜ਼ੀ ਯਤਨ ਕਰੇ ਪਰ ਕੋਈ ਵੀ ਮਨੁੱਖ ਰੱਬੀ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਆਪਾਂ ਆਰੰਭਤਾ ਵਿੱਚ ਇਹ ਪਾਵਨ ਸ਼ਬਦ ਪੜ੍ਹਿਆ ਸੀ ਨਾ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਹੇ ਮਾਲਕ, ਮੇਰੇ ਕੋਲ ਰਸਨਾ ਇੱਕ ਹੈ, ਜੀਵ ਇੱਕ ਹੈ, ਪਰ ਤੂੰ ਬੇਅੰਤ ਗੁਣਾਂ ਦਾ ਮਾਲਕ ਹੈ, ਤਾਂ ਕਰਕੇ ਮੈਂ ਆਪਣੀ ਇੱਕ ਰਸਨਾ ਦੇ ਨਾਲ ਤੇਰੇ ਬੇਅੰਤ ਗੁਣਾਂ ਨੂੰ ਪੂਰਨ ਤੌਰ 'ਤੇ ਬਿਆਨ ਨਹੀਂ ਕਰ ਸਕਦਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੁਣ ਗੁਰਮੁਖੋ, ਜਿਸ ਇੱਕ ਪਰਮਾਤਮਾ ਦੀ ਗੱਲ ਗੁਰੂ ਸਾਹਿਬਾਨਾਂ ਨੇ ਕੀਤੀ ਨਾ, ਉਸ ਇੱਕ ਦੀ ਗੱਲ ਹੀ ਸਾਰੇ ਭਗਤਾਂ ਨੇ ਕੀਤੀ। ਹੁਣ ਭਗਤ ਜੀ ਕਹਿੰਦੇ ਅਕਾਲ ਪੁਰਖ ਪਰਮਾਤਮਾ ਇੱਕ ਹੈ। ਉਸ ਇੱਕ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੀ ਕਿਰਪਾ ਦੇ ਨਾਲ, ਭਾਵ ਗੁਰੂ ਦੀ ਬਖਸ਼ਿਸ਼ ਦੁਆਰਾ ਹੀ ਉਸ ਇੱਕ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ। ਸਨਕ ਸਨੰਦ ਮਹੇਸ਼ ਸਮਾਨਾ। ਹੁਣ ਗੁਰਮੁਖੋਂ ਮੰਨਿਆ ਜਾਂਦਾ ਹੈ ਵੀ ਬ੍ਰਹਮਾ ਨੇ 4 ਵੇਦ ਉਚਾਰਨ ਕੀਤੇ। ਆਪਾਂ ਜ਼ਿਕਰ ਕਰਦੇ ਹਾਂ ਨਾ 4 ਵੇਦ। 4 ਵੇਦ ਕਿਹੜੇ ਆ? ਸਾਮ, ਰਿਗ, ਜੁਜਰ, ਅਥਰਵਨ। ਭਾਵੇਂ ਹਾਲਾਂਕਿ ਇਹ ਸਾਡਾ ਜਿਵੇਂ ਆਪਾਂ ਕਹਿ ਲਈਏ ਵੀ ਵਿਸ਼ਾ ਨਹੀਂ, ਪਰ ਸਾਨੂੰ ਹਰ ਇੱਕ ਧਰਮ ਬਾਰੇ ਜਾਣਕਾਰੀ ਰੱਖਣੀ ਚਾਹੀਦੀ ਹੈ ਵੀ ਪੁਰਾਣ ਕੀ ਨੇ, ਸਿਮਰਤੀਆਂ ਕੀ ਨੇ, ਵੇਦ ਕੀ ਨੇ। ਚਲੋ ਜੇ ਜ਼ਿਆਦਾ ਜਾਣਕਾਰੀ ਨਹੀਂ ਰੱਖਦੇ, ਘੱਟੋ ਘੱਟ ਸਾਨੂੰ ਜਿਹੜਾ ਹੈ ਇਹਨਾਂ ਦੇ ਨਾਂ ਤੇ ਪਤਾ ਹੋਣੇ ਚਾਹੀਦੇ ਵੀ 4 ਵੇਦਾਂ ਦੇ ਨਾਂ ਕੀ ਨੇ। ਹੁਣ ਇਹ ਮੰਨਿਆ ਜਾਂਦਾ ਵੀ ਬ੍ਰਹਮਾ ਜੀ ਨੇ 4 ਵੇਦ ਉਚਾਰਨ ਕੀਤੇ, ਤੇ ਬ੍ਰਹਮਾ ਜੀ ਦੇ ਉਚਾਰਨ ਕੀਤੇ ਹੋਏ 4 ਵੇਦਾਂ ਦੇ ਰਾਹੀਂ ਤੇ ਬ੍ਰਹਮਾ ਜੀ ਦੇ ਜਿਹੜੇ ਪੁੱਤਰ ਸਨ, ਜਿਨ੍ਹਾਂ ਦਾ ਨਾਮ ਸਨਕ, ਸਨੰਦ, ਸਨਾਤਨ, ਸਨੰਤ ਕੁਮਾਰ ਇਹ ਨਾਮ ਮੰਨੇ ਗਏ ਹੈ ਵੀ ਇਹ ਜਿਹੜੇ ਬ੍ਰਹਮਾ ਜੀ ਦੇ ਪੁੱਤਰ ਸਨ, ਇਹਨਾਂ ਨੇ ਬ੍ਰਹਮਾ ਦੇ ਉਚਾਰਨ ਕੀਤੇ ਹੋਏ 4 ਵੇਦਾਂ ਦੇ ਗਿਆਨ ਰਾਹੀਂ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਦਾ ਜ਼ਿਕਰ ਕੀਤਾ। ਭਾਵ ਬ੍ਰਹਮਾ ਦੇ ਪੁੱਤਰਾਂ ਨੇ ਪਰਮਾਤਮਾ ਦੇ ਗੁਣਾਂ ਨੂੰ ਗਾਇਆ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਬ੍ਰਹਮਾ ਦੇ ਪੁੱਤਰ ਹੈ ਨਾ, ਇਹਨਾਂ ਨੇ ਵੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ। ਕਿਉਂਕਿ ਗੁਰਮੁਖੋ ਅਸੀਂ ਪਾਵਨ ਸ਼ਬਦ ਪੜ੍ਹਦੇ ਹਾਂ, ਹਮਰੀ ਜੀਹਬਾ ਏਕ ਹੈ, ਪ੍ਰਭ ਕੇ ਗੁਣ ਅਗਮ ਅਥਾ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ ਤੇ ਮਨੁੱਖ ਦੀ ਰਸਨਾ ਇੱਕ ਹੈ, ਤਾਂ ਕਰਕੇ ਮਨੁੱਖ ਕਦੇ ਵੀ ਰੱਬੀ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਪਰ ਮੈਂ ਬੜੇ ਵਾਰੀ ਬੇਨਤੀ ਕੀਤੀ ਹੈ ਗੁਰਮੁਖੋ, ਅਸੀਂ ਜਦੋਂ ਰੱਬੀ ਗੁਣਾਂ ਦਾ ਜ਼ਿਕਰ ਕਰਦੇ ਹਾਂ, ਇਹਦਾ ਭਾਵ ਇਹ ਨਹੀਂ ਵੀ ਅਸੀਂ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਉਣ ਵਾਲੇ ਬੰਨੇ ਚੱਲੇ ਹੋਏ ਹਾਂ। ਰੱਬੀ ਗੁਣਾਂ ਦਾ ਜ਼ਿਕਰ ਕਰਨ ਤੋਂ ਭਾਵ ਹੈ ਉਹਨਾਂ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਣਾ। ਨਹੀਂ ਤੇ ਅਸੀਂ ਬਾਣੀ ਵਿੱਚ ਪਾਵਨ ਸ਼ਬਦ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਜੀ ਕਹਿੰਦੇ ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕਹਿੰਦੇ ਹਰ ਇੱਕ ਮਨੁੱਖ ਇੱਕ ਦੂਜੇ ਨੂੰ ਸੁਣ ਕੇ ਕਹੀ ਜਾਂਦਾ ਵੀ ਪਰਮਾਤਮਾ ਬਹੁਤ ਵੱਡਾ ਹੈ, ਪਰਮਾਤਮਾ ਬਹੁਤ ਬੇਅੰਤ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਮਝ ਤੇ ਤਾਂ ਹੀ ਪਏਗੀ ਨਾ ਜੇ ਪਰਮਾਤਮਾ ਨੂੰ ਵੇਖਾਂਗੇ, ਜੇ ਪਰਮਾਤਮਾ ਨੂੰ ਮਹਿਸੂਸ ਕਰਾਂਗੇ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਪਰ ਅੱਗੇ ਸੱਚੇ ਪਾਤਸ਼ਾਹ ਜੀ ਕਹਿੰਦੇ ਕੀਮਤ ਪਾਏ ਨਾ ਕਹਿਆ ਜਾਏ। ਭਾਈ ਰੱਬੀ ਗੁਣਾਂ ਦੀ ਨਾ ਕੀਮਤ ਪਾਈ ਜਾ ਸਕਦੀ ਹੈ ਤੇ ਨਾ ਰੱਬੀ ਗੁਣਾਂ ਨੂੰ ਪੂਰਨ ਤੌਰ 'ਤੇ ਬਿਆਨ ਕੀਤਾ ਜਾ ਸਕਦਾ। ਅੱਗੇ ਸੱਚੇ ਪਾਤਸ਼ਾਹ ਜੀ ਨੇ ਬੜਾ ਸੋਹਣਾ ਨੁਕਤਾ ਦਿੱਤਾ, ਕਹਿੰਦੇ ਕਹਿਣੇ ਵਾਲੇ ਤੇਰੇ ਰਹੇ ਸਮਾਏ। ਭਾਈ ਜਿਨ੍ਹਾਂ ਰਹੇ ਰੱਬੀ ਗੁਣਾਂ ਨੂੰ ਉਚਾਰਨ ਕੀਤਾ, ਅਖੀਰ ਨੂੰ ਉਹ ਮਾਲਕ ਪਰਮਾਤਮਾ ਵਿੱਚ ਸਮਾ ਗਏ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਸਾਹਿਬ ਦਾ ਅਰਥ ਹੁੰਦਾ ਮਾਲਕ ਬਹੁਤ ਵੱਡਾ ਹੈ,
ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਅੱਗੇ ਸੱਚੇ ਪਾਤਸ਼ਾਹ ਜੀ ਨੇ ਆਖਿਆ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਕਹਿੰਦੇ ਜਿਹੜੇ ਵੱਡੇ ਵੱਡੇ ਵਿਚਾਰਵਾਨ ਮਨੁੱਖ ਸਨ ਤੇ ਉਹਨਾਂ ਨੇ ਵੀ ਪਰਮਾਤਮਾ ਦੀ ਤਿਲ ਜਿੰਨੀ ਵਡਿਆਈ ਨੂੰ ਬਿਆਨ ਨਹੀਂ ਉਹ ਕਰ ਸਕੇ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਪਰ ਅੱਗੇ ਸੱਚੇ ਪਾਤਸ਼ਾਹ ਜੀ ਨੇ ਆਖਿਆ, ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਭਰੇ ਤੇਰੇ ਭੰਡਾਰਾ। ਹੇ ਮਾਲਕ, ਆਖਣ ਵਾਲਾ ਮਨੁੱਖ ਜਿਹੜਾ ਹੈ ਨਾ, ਭਾਵ ਜਿਹੜਾ ਤੇਰੇ ਗੁਣਾਂ ਨੂੰ ਬਿਆਨ ਕਰ ਰਿਹਾ, ਉਹ ਤੇਰੇ ਗੁਣਾਂ ਨੂੰ ਬਿਆਨ ਕਿਵੇਂ ਕਰ ਸਕਦਾ ਹੈ? ਕਿਉਂਕਿ ਤੇਰੀ ਸਿਫਤ ਸਲਾਹ ਦੇ ਤੇ ਭੰਡਾਰ ਭਰੇ ਪਏ ਹੈ। ਤਾਂ ਹੀ ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ, ਜਿਹਵਾ ਏਕ ਕਵਨ ਗੁਣ ਕਹੀ ਹੈ। ਹੇ ਮਾਲਕ, ਰਸਨਾ ਮੇਰੀ ਇੱਕ ਹੈ ਤੇ ਤੂੰ ਬੇਅੰਤ ਗੁਣਾਂ ਦਾ ਮਾਲਕ ਹੈ। ਮੈਂ ਤੇਰੇ ਕਿਹੜੇ ਕਿਹੜੇ ਗੁਣ ਨੂੰ ਬਿਆਨ ਕਰ ਸਕਾਂ? ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਈਐ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ, ਅਰਦਾਸ ਕਰੋ, ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਹੇ ਮਾਲਕ, ਅਸਲ ਵਿੱਚ ਅਸੀਂ ਤੇ ਤੇਰੇ ਘਰ ਦੇ ਗੋਲੇ ਬਣ ਗਏ ਹਾਂ, ਤੇਰੀ ਸ਼ਰਨ ਵਿੱਚ ਆ ਗਏ ਹਾਂ, ਤਾਂ ਕਰਕੇ ਤੂੰ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਕਰ। ਮੈਂ ਇੱਕ ਬੇਨਤੀ ਹੋਰ ਕਰਾਂ ਗੁਰਮੁਖੋ, ਗੋਲਾ ਸ਼ਬਦ ਜਦੋਂ ਗੁਰਬਾਣੀ ਵਿੱਚ ਆਉਂਦਾ ਨਾ, ਗੋਲੇ ਦਾ ਭਾਵ ਹੁੰਦਾ ਸਭ ਕੁਝ ਮਾਲਕ ਨੂੰ ਸਮਰਪਿਤ ਕਰ ਦੇਣਾ, ਮਾਲਕ ਦੇ ਹੁਕਮ ਮੁਤਾਬਕ ਚੱਲਣਾ। ਤਾਂ ਹੀ ਤੇ ਭਾਈ ਗੁਰਦਾਸ ਜੀ ਕਹਿੰਦੇ, ਲਾਲਾ ਮੁੱਲ ਖਰੀਦ ਕਾਰੇ ਜੋਬਣਾ। ਭਾਈ ਜਿਹੜਾ ਗੋਲਾ ਹੋਵੇ ਨਾ, ਉਹ ਕਦੇ ਮਾਲਕ ਦੇ ਹੁਕਮ ਤੋਂ ਇਨਕਾਰੀ ਨਹੀਂ ਹੁੰਦਾ। ਤਾਂ ਹੀ ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਖਿਆ ਸੀ, ਜੇ ਗੁਰੂ ਦੇ ਦਰ 'ਤੇ ਪ੍ਰਵਾਨ ਹੋਣਾ, ਜੇ ਮਾਲਕ ਦੇ ਘਰ ਵਿੱਚ ਪ੍ਰਵਾਨ ਹੋਣਾ, ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਣਾ ਪਏਗਾ। ਕਿਉਂਕਿ ਗੁਰੂ ਤੇ ਮਾਲਕ ਦੇ ਘਰ ਵਿੱਚ ਹੁਕਮ ਨੂੰ ਮੰਨਣ ਵਾਲੇ ਹੀ ਪ੍ਰਵਾਨ ਚੜ੍ਹਦੇ ਆ। ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਭਾਈ ਖਸਮ ਦਾ ਮਹਿਲ, ਖਸਮ ਦਾ ਟਿਕਾਣਾ, ਖਸਮ ਦੀ ਗੋਦ ਕਿਹਨਾਂ ਨੂੰ ਨਸੀਬ ਹੁੰਦੀ ਹੈ? ਜਿਹੜੇ ਆਪਣੇ ਮਨ ਦੀ ਮਤ ਨੂੰ ਤਿਆਗ ਕਰਕੇ ਆਪਣੇ ਮਾਲਕ ਦੇ ਹੁਕਮ ਨੂੰ ਸੱਤ ਕਰਕੇ ਮੰਨ ਲੈਂਦੇ। ਖੈਰ, ਮੈਂ ਜਿਹੜੀ ਬੇਨਤੀ ਕਰਦਾ ਸਾਂ, ਸੱਚੇ ਪਾਤਸ਼ਾਹ ਜੀ ਭਗਤ ਜੀ ਕਹਿੰਦੇ ਹੈ, ਜਿਹੜੇ ਬ੍ਰਹਮਾ ਦੇ ਪੁੱਤਰ ਨੇ ਤੇ ਜਿਨ੍ਹਾਂ ਨੇ ਬ੍ਰਹਮਾ ਦੇ ਉਚਾਰਨ ਕੀਤੇ ਹੋਏ 4 ਵੇਦਾਂ ਦੇ ਰਾਹੀਂ ਬੜਾ ਯਤਨ ਕੀਤਾ ਵੀ ਰੱਬੀ ਗੁਣਾਂ ਨੂੰ ਵਿਚਾਰਿਆ ਜਾਏ, ਪਰ ਸੱਚੇ ਪਾਤਸ਼ਾਹ ਜੀ ਭਗਤ ਜੀ ਕਹਿੰਦੇ ਹੈ, ਇਹ ਬ੍ਰਹਮਾ ਦੇ ਪੁੱਤਰ ਜਿਹੜੇ ਹੈ, ਇਹਨਾਂ ਨੇ ਵੀ ਪਰਮਾਤਮਾ ਦਾ ਭੇਦ ਨਹੀਂ ਜਾਣਿਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜੇ ਸ਼ਿਵ ਵਰਗੇ ਹੈ ਨਾ, ਜਿਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਕਹਾਣੀਆਂ ਪ੍ਰਚਲਿਤ ਕੀਤੀਆਂ ਗਈਆਂ ਨੇ, ਭਗਤ ਜੀ ਕਹਿੰਦੇ ਇਹਨਾਂ ਨੇ ਵੀ ਪਰਮਾਤਮਾ ਦਾ ਭੇਦ ਨਹੀਂ ਪਾਇਆ। ਅੱਗੇ ਭਗਤ ਜੀ ਕਹਿੰਦੇ, ਜਿਹੜਾ ਵਿਸ਼ਨੂੰ ਦਾ ਭਗਤ ਹੈ ਨਾ, ਮੰਨਿਆ ਜਾਂਦਾ ਵੀ ਜਿਹੜਾ ਸ਼ੇਸ਼ ਨਾਗ ਹੈ ਨਾ, ਜਿਹੜਾ ਵਿਸ਼ਨੂੰ ਦਾ ਭਗਤ ਹੈ, ਉਹਦੇ ਕਈ ਹਜ਼ਾਰਾਂ ਫਨ ਨੇ। ਉਹ ਇੱਕ ਇੱਕ ਫਨ ਦੇ ਨਾਲ ਵੱਖੋ ਵੱਖਰਾ ਨਾਮ ਲੈ ਕੇ ਪਰਮਾਤਮਾ ਨੂੰ ਉਚਾਰਨ ਕਰਦਾ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਵੇਂ ਸ਼ੇਸ਼ ਨਾਗ ਨੇ ਪਰਮਾਤਮਾ ਦੇ ਗੁਣਾਂ ਨੂੰ ਗਾਇਆ, ਪਰ ਸ਼ੇਸ਼ ਨਾਗ ਵੀ ਪਰਮਾਤਮਾ ਦੇ ਗੁਣਾਂ ਨੂੰ ਪੂਰਨ ਤੌਰ 'ਤੇ ਬਿਆਨ ਨਹੀਂ ਕਰ ਸਕਦਾ। ਸ਼ੇਖ ਨਾਗ ਤੇਰੋ ਮਰਮ ਨ ਜਾਨਾ। ਹੁਣ ਭਗਤ ਜੀ ਕਹਿੰਦੇ, ਜਿਹੜਾ ਸ਼ੇਸ਼ ਨਾਗ ਹੈ ਨਾ, ਜਿਹਦੇ ਬਾਰੇ ਮੰਨਿਆ ਜਾਂਦਾ ਹੈ ਵੀ ਇਹ ਆਪਣੇ ਇਸ਼ਟ ਵਿਸ਼ਨੂੰ ਜੀ ਉੱਤੇ ਆਪਣੇ ਫਣਾਂ ਦੀ ਸਾਂ ਕਰਦਾ। ਵੈਸੇ ਮੈਂ ਬੇਨਤੀ ਕਰਾਂ ਗੁਰਮੁਖੋ, ਜਿਹੜੀਆਂ ਮਿਥਿਹਾਸਕ ਕਹਾਣੀਆਂ ਹਿੰਦੂ ਮਤ ਦੇ ਵਿੱਚ ਪ੍ਰਚਲਿਤ ਸਨ, ਤੇ ਸਮਾਂ ਪਾ ਕੇ ਉਹਨਾਂ ਮਿਥਿਹਾਸਕ ਕਹਾਣੀਆਂ ਨੂੰ ਸਾਡੇ ਗੁਰੂ ਸਾਹਿਬਾਨਾਂ ਨਾਲ ਜੋੜ ਦਿੱਤਾ ਗਿਆ।
ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਪੜ੍ਹਦੇ ਹਾਂ, ਅਕਸਰ ਹੀ ਸਾਨੂੰ ਇਹ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਕਿ ਬਾਬਾ ਨਾਨਕ ਜੀ ਉੱਤੇ ਸੱਪ ਨੇ ਸਾਹ ਕੀਤੀ। ਦੇਖੋ, ਮੈਂ ਕਿਸੇ ਦੀ ਭਾਵਨਾ ਨੂੰ ਠੇਸ ਨਹੀਂ ਪਹੁੰਚਾ ਰਿਹਾ, ਪਰ ਕਹਿਣ ਤੋਂ ਭਾਵ ਜਿਹੜੀਆਂ ਮਿਥਿਹਾਸਕ ਕਹਾਣੀਆਂ ਹਿੰਦੂ ਮਤ ਦੇ ਵਿੱਚ ਸਨ, ਉਹੀ ਮਿਥਿਹਾਸਕ ਕਹਾਣੀਆਂ ਸਾਡੇ ਗੁਰੂ ਸਾਹਿਬਾਨਾਂ ਦੇ ਜੀਵਨ ਨਾਲ ਜੋੜ ਦਿੱਤੀਆਂ ਗਈਆਂ। ਹਾਲਾਂਕਿ ਵੱਖਰਾ ਵਿਸ਼ਾ। ਹੁਣ ਭਗਤ ਜੀ ਕਹਿੰਦੇ, ਸੇਸ ਨਾਗ ਤਿਰੋ ਮਰਮ ਨਾ ਜਾਣਾ। ਸੇਸ ਨਾਗ ਜਿਹਦੇ ਬਾਰੇ ਮੰਨਿਆ ਜਾਂਦਾ ਵੀ ਉਹਦੇ ਹਜ਼ਾਰਾਂ ਫਨ ਨੇ, ਉਹ ਹਜ਼ਾਰਾਂ ਫਨਾਂ ਦੇ ਨਾਲ ਪਰਮਾਤਮਾ ਦੇ ਵੱਖੋ ਵੱਖਰੇ ਨਾਮਾਂ ਨੂੰ ਉਚਾਰਨ ਕਰਦਾ ਹੈ। ਪਰ ਭਗਤ ਜੀ ਕਹਿੰਦੇ ਇਸ ਸੇਸ ਨਾਗ ਨੇ ਜਿਹੜਾ ਹਰ ਰੋਜ਼ ਇੱਕ ਜੀਵ ਦੇ ਨਾਲ ਵੱਖਰੇ ਨਾਮ ਦੇ ਨਾਲ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ, ਭਾਈ ਇਸ ਸੇਸ ਨਾਗ ਨੇ ਵੀ ਪਰਮਾਤਮਾ ਦੇ ਅਸਲ ਭੇਦ ਨੂੰ ਨਹੀਂ ਜਾਣਿਆ। ਸੰਤ ਸੰਗਤ ਰਾਮ ਹਿਰਦੈ ਵਸਾਈ। ਹਾਂ, ਭਗਤ ਜੀ ਕਹਿੰਦੇ ਇੱਕ ਤਰੀਕਾ ਹੈ ਵੀ ਜੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ, ਜੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ, ਤਾਂ ਭਗਤ ਜੀ ਕਹਿੰਦੇ ਸਾਨੂੰ ਗੁਰਮੁਖਾਂ ਦੀ ਸੰਗਤ ਕਰਨੀ ਪਏਗੀ, ਸਾਨੂੰ ਸੰਤਾਂ ਦੀ ਸੰਗਤ ਕਰਨੀ ਪਏਗੀ। ਪਰ ਮੈਂ ਨਾਲ ਹੀ ਬੇਨਤੀ ਕਰਾਂ ਗੁਰਮੁਖੋ, ਅਸਲ ਵਿੱਚ ਸਤਿਗੁਰਾਂ ਦੀ ਪਾਵਨ ਬਾਣੀ ਨੇ ਸਾਨੂੰ ਸੰਤ ਦੀ ਪਰਿਭਾਸ਼ਾ ਵੀ ਦੱਸੀ। ਇੱਥੇ ਆ ਕੇ ਕਿਤੇ ਨਾ ਕਿਤੇ ਅਸੀਂ ਭੁਲੇਖਾ ਖਾ ਲੈਂਦੇ, ਸਾਨੂੰ ਭੁਲੇਖਾ ਪੈ ਜਾਂਦਾ ਵੀ ਸ਼ਾਇਦ ਸਤਿਗੁਰੂ ਜੀ ਨੇ ਸੰਤਾਂ ਦੀ ਸੰਗਤ ਦੀ ਗੱਲ ਕੀਤੀ ਹੈ। ਉਹ ਤੇ ਅਸੀਂ ਇਹ ਨਿਰਣਾ ਨਹੀਂ ਕਰ ਪਾਉਂਦੇ ਵੀ ਸੰਤ ਕੌਣ ਨੇ ਤੇ ਅਸਾਧ ਕੌਣ ਨੇ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਅੱਜ ਕੁਦਰਤੀ ਭਗਤ ਬਾਬਾ ਕਬੀਰ ਜੀ ਦਾ ਪਾਵਨ ਸ਼ਲੋਕ ਆ ਗਿਆ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਤੇ ਹਰ ਮਿਲਣ ਕੋ ਵਿੱਚ ਅੜਕਿਓ ਚੀਤ। ਇੱਕ ਤੇ ਉਹ ਨੇ ਜਿਹੜੇ ਅੰਦਰੋਂ ਜੁੜੇ ਹੋਏ ਹੈ, ਜਿੱਦਾਂ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦਾ ਜੀਵਨ ਅਸੀਂ ਪੜ੍ਹਦੇ ਹਾਂ। ਪਰ ਇੱਕ ਉਹ ਨੇ ਗੁਰਮੁਖੋ ਜਿਨ੍ਹਾਂ ਨੇ ਧਰਮ ਦਾ ਭੇਖ ਤੇ ਜ਼ਰੂਰ ਪਾਇਆ, ਪਰ ਉਹਨਾਂ ਦੇ ਜੀਵਨ ਵਿੱਚ ਉਹ ਗੁਣ ਨਹੀਂ ਹਨ। ਆਹ ਕੱਲ੍ਹ ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਕਿਉਂਕਿ ਸਾਡਾ ਫਰਜ਼ ਬਣਦਾ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਆਪਣਾ ਪਰਿਵਾਰ ਪਾਲਦੇ ਪਏ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਅਸੀਂ ਰੋਟੀਆਂ ਖਾਂਦੇ ਪਏ ਹਾਂ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਗੁਰਮੁਖੋ, ਸਾਧ ਤੇ ਸਰਸੇ ਵਾਲੇ ਕੂੜੇ ਸੌਦੇ ਵਾਲੇ ਨੂੰ ਵੀ ਲੋਕ ਕਹਿੰਦੇ ਸਨ। ਕਿੰਨੇ ਲੋਕ ਸਨ ਜਿਹੜੇ ਉਹਦੇ ਡੇਰੇ ਦੇ ਨਾਲ ਜੁੜੇ ਸਨ, ਪਰ ਉਹ ਲੋਕ ਜਿਹੜੇ ਸਨ ਸਮਾਂ ਪਾ ਕੇ ਉਹਨਾਂ ਨੂੰ ਉਸ ਬਾਬੇ ਦੀਆਂ ਜਿਹੜੀਆਂ ਗਲਤੀਆਂ ਦਾ ਪਤਾ ਲੱਗਿਆ। ਪਰ ਅੱਜ ਵੀ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ, ਇਹਨਾਂ ਡੇਰਾਵਾਦੀ ਲੋਕਾਂ ਨੂੰ ਵਰਤ ਕੇ ਜਿੱਥੇ ਸਾਡੇ 'ਤੇ ਰਾਜ ਕਰਨਾ ਚਾਹੁੰਦੀਆਂ ਨੇ, ਉੱਥੇ ਇਹਨਾਂ ਡੇਰਾਵਾਦੀ ਲੋਕਾਂ ਨੂੰ ਸਾਡੇ ਸਿਰ 'ਤੇ ਬਿਠਾਉਣਾ ਚਾਹੁੰਦੀਆਂ ਨੇ। ਤੁਹਾਨੂੰ ਸਾਰਿਆਂ ਨੂੰ ਪਤਾ ਵੀ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਬਦੀ ਹੁੰਦੀ ਹੈ। ਦੇਖੋ, ਇੱਕ ਤੇ ਇੰਨੇ ਸ਼ਬਦ ਕਹਿ ਦੇਣਾ, ਇਹ ਤੇ ਅਸੀਂ ਸਾਰੇ ਕਹਿ ਰਹੇ ਹਾਂ। ਅੱਜ ਸਿਆਸੀ ਲੋਕ ਵੀ ਧਰਨੇ ਲਾਉਂਦੇ ਹੈ, ਅੱਜ ਕਈ ਪਾਰਟੀਆਂ ਵਾਲੇ ਧਰਨੇ ਵੀ ਲਾਉਂਦੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ, ਕਿਉਂਕਿ ਤਕਰੀਬਨ 6 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਸਾਡੀਆਂ ਸਰਕਾਰਾਂ ਨੇ ਕਈ ਕਮੇਟੀਆਂ ਵੀ ਗਠਨ ਕੀਤੀਆਂ, ਕਈ SITਆਂ ਬਣਾਈਆਂ, ਪਰ ਅਜੇ ਤੱਕ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ। ਭਾਵ ਕਿਸੇ ਵੀ ਦੋਸ਼ੀ ਨੂੰ ਕੋਈ ਸਜ਼ਾ ਨਹੀਂ ਮਿਲੀ, ਤੇ ਮੈਨੂੰ ਲੱਗਦਾ ਮਿਲਣੀ ਵੀ ਕੋਈ ਨਹੀਂ। ਤੁਸੀਂ ਭਾਵੇਂ 84 ਦਾ ਮਸਲਾ ਵੇਖ ਲਓ, 3 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ, 84 ਦੇ ਮਸਲੇ ਵਿੱਚ ਵੀ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਫਿਰ ਸਾਨੂੰ ਇਹਨਾਂ ਸਰਕਾਰਾਂ ਤੋਂ ਆਸ ਕਿੱਥੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਦਾ ਇਨਸਾਫ ਇਹ ਸਾਨੂੰ ਦੇਣਗੇ। ਪਰ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੇਵਲ ਸਾਡੇ ਮੱਥੇ ਟੇਕਣ ਵਾਸਤੇ ਨਹੀਂ, ਜਾਂ ਕੇਵਲ ਅਸੀਂ ਬਾਣੀ ਨੂੰ ਰੁਜ਼ਗਾਰ ਬਣਾ ਕੇ ਨਾ ਚੱਲੀਏ ਵੀ ਅਸੀਂ ਪ੍ਰਚਾਰ ਕਰ ਰਹੇ ਹਾਂ, ਕੋਈ ਰਾਗੀ ਸਿੰਘ ਨੇ, ਗ੍ਰੰਥੀ ਸਿੰਘ ਨੇ। ਘੱਟੋ ਘੱਟ ਸਾਡਾ ਗੁਰੂ 'ਤੇ ਅਕੀਦਾ ਤੇ ਵਿਸ਼ਵਾਸ ਹੋਣਾ ਚਾਹੀਦਾ ਵੀ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਨੂੰ ਢਾਹ ਲੱਗੇ, ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਬਦੀ ਹੋਵੇ, ਤਾਂ ਸਭ ਤੋਂ ਪਹਿਲਾਂ ਸਾਨੂੰ ਅੱਗੇ ਆ ਕੇ ਬੋਲਣਾ ਚਾਹੀਦਾ। ਭਾਵੇਂ ਗੁਰੂ ਘਰ ਦੇ ਗ੍ਰੰਥੀ ਨੇ, ਭਾਵੇਂ ਗੁਰੂ ਘਰ ਦੇ ਰਾਗੀ ਨੇ, ਭਾਵੇਂ ਗੁਰੂ ਘਰ ਦੇ ਪ੍ਰਚਾਰਕ ਨੇ, ਪਰ ਮੈਨੂੰ ਇਉਂ ਲੱਗਦਾ ਵੀ ਕਈ ਪ੍ਰਚਾਰਕ ਇਸ ਕਰਕੇ ਬੋਲਣ ਤੋਂ ਡਰਦੇ ਹੈ ਵੀ ਕਿਤੇ ਇਹਨਾਂ ਬੋਲੀਆਂ ਹੋਈਆਂ ਗੱਲਾਂ ਦਾ ਨਤੀਜਾ ਸਾਨੂੰ ਨਾ ਭੋਗਣਾ ਪੈ ਜੇ। ਕਈਆਂ ਨੂੰ ਪਹਿਲਾਂ ਭੋਗਣਾ ਵੀ ਪਿਆ ਸੀ। ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਹੋਈ, ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ, ਅਤੇ ਜਿਹੜੇ ਪ੍ਰਚਾਰਕ ਇਸ ਮਸਲੇ 'ਤੇ ਬੋਲਦੇ ਰਹੇ,
ਬੋਲੇ ਵੀ ਉਹ ਜਿਨ੍ਹਾਂ ਦੀ ਜ਼ਮੀਰ ਜਾਗਦੀ ਸੀ, ਬੋਲੇ ਉਹੀ ਜਿਨ੍ਹਾਂ ਦੀ ਜ਼ਮੀਰ ਜਾਗਦੀ ਸੀ ਵੀ ਸਾਡਾ ਤੇ ਮਰਨਾ ਹੀ ਹਰਾਮ ਹੈ। ਜੇ ਸਾਡੇ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਅਸੀਂ ਜਿਨ੍ਹਾਂ 'ਤੇ ਅਕੀਦਾ ਵਿਸ਼ਵਾਸ ਰੱਖਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨਦੇ ਹਾਂ, ਜੇ ਸਾਡੇ ਹੁੰਦਿਆਂ ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਗਲੀਆਂ ਵਿੱਚ ਖਿਲਾਰ ਦਿੱਤੇ ਜਾਂਦੇ ਹੈ, ਫਿਰ ਸਾਡੇ ਅੰਦਰ ਇਹਦੇ ਪ੍ਰਤੀ ਕੋਈ ਰੋਸ਼ ਪੈਦਾ ਨਾ ਹੋਵੇ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਲਈ ਅੱਗੇ ਨਾ ਆਈਏ, ਤਾਂ ਫਿਰ ਸਾਡਾ ਤੇ ਜੀਣੀ ਹਰਾਮ ਹੈ। ਫਿਰ ਤੇ ਇਉਂ ਸਮਝਿਆ ਜਾਏਗਾ ਨਾ ਵੀ ਰੋਟੀਆਂ ਕਾਰਨ ਪੂਰਾ ਤਾਲ, ਵੀ ਸਾਡਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਵਾਹ ਵਸਤਾ ਨਹੀਂ, ਸਿਰਫ ਅਸੀਂ ਤੇ ਆਪਣੀ ਪੇਟ ਪੂਰਤੀ ਲਈ ਬਾਣੀ ਨੂੰ ਵਰਤ ਰਹੇ। ਮੈਂ ਆਪਣੇ ਆਪ ਨੂੰ ਸ਼ਾਮਲ ਕਰਕੇ ਕਹਿ ਰਿਹਾ, ਮੈਂ ਸੰਖੇਪ ਵੀ ਬੇਨਤੀ ਕਰ ਰਿਹਾ। ਗੁਰਮੁਖੋ 2015 ਵਿੱਚ ਬੇਅਬਦੀ ਹੁੰਦੀ ਹੈ, ਉਸ ਤੋਂ ਬਾਅਦ ਗੁਰੂ ਕੇ ਸਿੱਖਾਂ ਨੇ ਰੋਸ ਜਿਹੜਾ ਸੀ ਕੀਤਾ, ਧਰਨੇ ਲਾਏ। ਹੁਣ ਚਾਹੀਦਾ ਤਾਂ ਇਹ ਸੀ ਵੀ ਜਿਹੜੀ ਸਮੇਂ ਦੀ ਸਰਕਾਰ ਸੀ, ਇਹਨਾਂ ਲੋਕਾਂ ਨੂੰ ਕਟਹਿਰੇ ਵਿੱਚ ਖੜਾ ਕਰਕੇ, ਦੇਖੋ ਮੈਂ ਨਹੀਂ ਕਹਿੰਦਾ ਵੀ ਕਿਸੇ ਨੂੰ ਉਹਨੂੰ ਸਜ਼ਾ ਮਿਲੇ ਜਿਹੜਾ ਇਹਦੇ ਵਿੱਚ ਸ਼ਾਮਲ ਨਹੀਂ ਹੈ, ਪਰ ਜਿਨ੍ਹਾਂ ਲੋਕਾਂ ਨੇ ਇਹ ਲਿਖ ਕੇ ਲਾਇਆ ਹੋਵੇ ਵੀ ਸਿੱਖੋ ਤੁਹਾਡਾ ਗੁਰੂ ਅਸੀਂ ਚੋਰੀ ਕਰ ਲਿਆ, ਜੇ ਤੁਹਾਡੇ ਗੁਰੂ ਵਿੱਚ ਤਾਕਤ ਹੈ ਤੇ ਆਪਣੇ ਆਪ ਨੂੰ ਬਚਾ ਕੇ ਦਿਖਾਵੇ। ਉੱਥੇ ਪਰਚੇ ਲਾਏ ਗਏ ਸਨ ਉਸ ਪਿੰਡ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਜਿਹੜੇ ਹੈ ਉਹ ਗਲੀਆਂ ਨਾਲੀਆਂ ਵਿੱਚ ਖਿਲਾਰੇ ਗਏ। ਉਸ ਤੋਂ ਬਾਅਦ ਦੇਖੋ ਇਹ ਸਾਰਾ ਕੁਝ ਸਾਹਮਣੇ ਆਉਂਦਾ। ਸਿੱਖ ਜਥੇਬੰਦੀਆਂ ਨੇ ਸਾਰਿਆਂ ਨੇ ਰਲ ਕੇ ਰੋਸ ਪ੍ਰਦਰਸ਼ਨ ਕੀਤਾ, ਧਰਨੇ ਲਾਏ। ਹੁਣ ਸਰਕਾਰ ਦਾ ਫਰਜ਼ ਤੇ ਇਹ ਬਣਦਾ ਸੀ ਵੀ ਇਹਨਾਂ ਅਖੌਤੀ ਲੋਕਾਂ ਨੂੰ, ਅਖੌਤੇ ਸਾਧ ਜਿਹੜੇ ਡੇਰੇ ਬਣਾ ਕੇ ਬੈਠੇ ਸਨ ਜਾਂ ਇਸ ਡੇਰੇ ਨਾਲ ਸੰਬੰਧ ਰੱਖਣ ਵਾਲੇ ਲੋਕ ਸਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਕੀਤੀ, ਇਹਨਾਂ ਨੂੰ ਇੱਦਾਂ ਦੀਆਂ ਮਸਾਲੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਕਿ ਮੁੜ ਕੇ ਕੋਈ ਵੀ ਬੰਦਾ ਜਿਹੜਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਾ ਕਰਦਾ, ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਦਾ, ਭਾਵੇਂ ਅਸੀਂ ਕੁਰਾਨ ਦੀ ਜਿਹੜੀ ਆ ਵਾਹਿਗੁਰੂ ਕੁਰਾਨ ਨੂੰ ਨਹੀਂ ਮੰਨਦੇ, ਭਾਵੇਂ ਅਸੀਂ ਬਾਈਬਲ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ, ਭਾਵੇਂ ਅਸੀਂ ਕਿਸੇ ਹੋਰ ਧਾਰਮਿਕ ਗ੍ਰੰਥ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ, ਪਰ ਘੱਟੋ ਘੱਟ ਸਾਡਾ ਇਹਨਾਂ 'ਤੇ ਫਰਜ਼ ਬਣਦਾ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਵੇ ਤਾਂ ਅਸੀਂ ਇੱਕ ਮਨੁੱਖ ਹੋਣ ਦੇ ਨਾਤੇ ਉਹਨਾਂ ਲੋਕਾਂ ਦੇ ਵਿਰੁੱਧ ਆਵਾਜ਼ ਉਠਾਈਏ। ਭਾਵੇਂ ਕੁਰਾਨ ਦੀ ਗੱਲ ਹੋਵੇ, ਭਾਵੇਂ ਰਮਾਇਣ ਦੀ ਗੱਲ ਹੋਵੇ, ਭਾਵੇਂ ਬਾਈਬਲ, ਭਾਵੇਂ ਗੀਤਾ ਦੀ ਗੱਲ ਹੋਵੇ, ਗੁਰੂ ਕਾ ਸਿੱਖ ਇਹ ਕਹਿੰਦਾ ਵੀ ਕਦੇ ਵੀ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਨਾ ਹੋਵੇ। ਹੁਣ ਚਾਹੀਦਾ ਤਾਂ ਇਹ ਸੀ ਵੀ ਸਰਕਾਰ ਸੁਝਾਵਾਂ ਦਿੰਦੀ, ਪਰ ਉਲਟਾ ਜਿਹੜੀ ਸਰਕਾਰ ਸੀ ਉਹਨਾਂ ਨੇ ਵੋਟ ਬੈਂਕ ਦੇ ਲਈ, ਆ ਤੁਸੀਂ ਵੇਖਿਆ ਨਾ ਆ ਕੱਲ੍ਹ ਜਿਹੜਾ ਸੀ ਸਰਸੇ ਵਾਲੇ ਜਿਹੜੇ ਅਖੌਤੀ ਸਾਧ ਨੂੰ, ਜਿਹਨੂੰ ਲੋਕ ਕਹਿੰਦੇ ਡੇਰਾ ਸੱਚਾ ਸੌਦਾ, ਮੈਂ ਕਹਾਂਗਾ ਕੂੜੇ ਸੌਦੇ ਵਾਲਾ ਜਿਹੜਾ ਸਾਧ ਹੈ, ਜੇ ਅਜੇ ਤੱਕ ਵੀ ਅਸੀਂ ਸੱਚੇ ਸੌਦੇ ਵਾਲਾ ਕਹਾਂਗੇ ਤੇ ਸਾਨੂੰ ਘੱਟੋ ਘੱਟ ਸ਼ਰਮ ਆਉਣੀ ਚਾਹੀਦੀ ਹੈ। ਜਿਸ ਸਾਧ ਦੇ ਇੰਨਾ ਕੁਝ ਸਾਡੇ ਸਾਹਮਣੇ ਆ ਗਿਆ ਹੋਵੇ, ਅਜੇ ਵੀ ਲੋਕਾਂ ਨੇ ਅੱਖਾਂ 'ਤੇ ਪੱਟੀਆਂ ਬੰਨੀਆਂ ਹੋਈਆਂ, ਕਈ ਅਜੇ ਵੀ ਕਹਿੰਦੇ ਸਾਡੇ ਪਿਤਾ ਜੀ, ਸਾਡੇ ਪਿਤਾ ਜੀ, ਸਾਡੇ ਫਲਾਣਾ ਜੀ। ਮੈਂ ਕਹਿਣਾ ਗੁਰਮੁਖੋ ਜਾਓ, ਕੋਈ ਮਾੜੀ ਗੱਲ ਨਹੀਂ, ਪਰ ਘੱਟੋ ਘੱਟ ਇਹ ਤਾਂ ਦੇਖੋ ਵੀ ਉੱਥੇ ਸਾਡੇ ਪਰਿਵਾਰਾਂ ਨੂੰ ਮਿਲ ਕੀ ਰਿਹਾ, ਜਿੱਥੇ ਸਾਡੀਆਂ ਧੀਆਂ ਭੈਣਾਂ ਦੀ, ਸਾਡੇ ਪਰਿਵਾਰਾਂ ਦੀ ਬੇਪੱਤੀ ਕੀਤੀ ਜਾਂਦੀ ਹੋਵੇ ਤੇ ਅਸੀਂ ਫਿਰ ਉਹਨਾਂ ਅਖੌਤੀ ਡੇਰਿਆਂ ਵਿੱਚ ਜਾ ਕੇ ਉੱਥੇ ਸਾਧਾਂ ਦੇ ਪੈਰ ਘੁੱਟੀਏ, ਤੇ ਘੱਟੋ ਘੱਟ ਫਿਰ ਸਾਨੂੰ ਸ਼ਰਮ ਤੇ ਆਉਣੀ ਚਾਹੀਦੀ ਹੈ ਨਾ, ਸਾਨੂੰ ਹਿਆ ਤੇ ਆਉਣੀ ਚਾਹੀਦੀ ਹੈ ਨਾ ਵੀ ਅਸੀਂ ਕਿੱਥੇ ਖੜ੍ਹ ਗਏ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਗੁਰਮੁਖੋ, ਪੰਜਾਬ ਦੇ ਵਿੱਚ 12,500 ਪਿੰਡ ਹੈ, ਪਰ 16,000 ਤੋਂ ਵੱਧ ਡੇਰਾ ਪੰਜਾਬ ਦੇ ਵਿੱਚ, ਪਰ ਇਹਨਾਂ ਡੇਰਿਆਂ ਨੂੰ ਪੈਦਾ ਕਰਨ ਵਾਲੇ ਵੀ ਅਸੀਂ ਹਾਂ ਤੇ ਇਹਨਾਂ ਡੇਰਿਆਂ ਨੂੰ ਸਰਕਾਰਾਂ ਪ੍ਰਮੋਟ ਕਰਦੀਆਂ ਨੇ। ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਇਹਨਾਂ ਡੇਰਿਆਂ ਨੂੰ ਸਰਕਾਰਾਂ ਦਿੰਦੀਆਂ ਨੇ। ਉਦੋਂ ਨਿਕਲਿਆ ਨਹੀਂ ਸੀ ਵੀ ਸਿਰਸੇ ਵਾਲੇ ਡੇਰੇ ਦੇ ਵਿੱਚੋਂ ਕਿੰਨੇ ਜਿਹੜੇ ਸਨ ਨਾ ਬਿਨਾਂ ਲਾਇਸੈਂਸ ਵਾਲੇ ਹਥਿਆਰ ਨਿਕਲੇ ਸਨ, ਤੁਸੀਂ ਲੈ ਕੇ ਦਿਖਾਓ, ਸਰਕਾਰ ਨੇ ਤੁਹਾਨੂੰ ਤੜਕੀ ਅੰਦਰ ਸਿੱਟ ਦੇਣਾ ਜਾ ਕੇ ਜੇਲ੍ਹ ਦੇ ਵਿੱਚ। ਪਰ ਉੱਥੇ ਇੰਨੇ ਹਥਿਆਰ ਕਿਵੇਂ ਆਏ? ਕਿਉਂਕਿ ਸਾਰਾ ਕੁਝ ਸਰਕਾਰਾਂ ਦੀ ਮਿਲੀ ਭੁਗਤ ਹੈ। ਪੱਤਰਕਾਰ ਮਾਰ ਦਿੱਤਾ ਗਿਆ, ਕਿੰਨੀਆਂ ਧੀਆਂ ਦੀ ਬੇਪੱਤੀ ਕੀਤੀ ਗਈ। ਉਸ ਤੋਂ ਬਾਅਦ ਮੈਂ ਜਿਹੜੀ ਬੇਨਤੀ ਕਰ ਰਿਹਾ, ਇਹਨਾਂ ਲੋਕਾਂ ਨੂੰ ਸਜ਼ਾਵਾਂ ਤੇ ਕੀ ਦੇਣੀਆਂ ਸੀ, ਉਲਟਾ ਸਮੇਂ ਦੀਆਂ ਸਰਕਾਰਾਂ ਆਪਣੀ ਵੋਟ ਬੈਂਕ ਦੇ ਲਈ ਵੀ ਕਿੱਥੇ ਤਾਂ ਸਾਨੂੰ ਥਾਂ ਥਾਂ 'ਤੇ ਜਾ ਕੇ ਮੁੱਦਿਆਂ ਦੀ ਗੱਲ ਕਰਕੇ, ਰੈਲੀਆਂ ਕਰਕੇ ਵੋਟਾਂ ਮੰਗਣੀਆਂ ਪੈਣੀਆਂ ਨੇ, ਕਿਤੇ ਸਾਨੂੰ ਇੱਕ ਡੇਰੇ ਵਿੱਚੋਂ ਇਕੱਠੀਆਂ ਵੋਟਾਂ ਮਿਲ ਜਾਣੀਆਂ ਨੇ। ਫਿਰ ਇਹਨਾਂ ਲੋਕਾਂ ਨੇ ਡੇਰੇਵਾਦੀ ਲੋਕਾਂ ਦੇ ਨਾਲ ਖਲੋ ਕੇ ਤੇ ਗੁਰੂ ਕੇ ਸਿੱਖਾਂ ਦੇ ਸੀਨੇ ਵਿੱਚ ਗੋਲੀਆਂ ਮਾਰੀਆਂ। ਉੱਥੇ 2 ਗੁਰੂ ਕੇ ਸਿੱਖ ਸ਼ਹੀਦ ਜਿਹੜੇ ਹੁੰਦੇ ਆ, ਬਾਈਬਲ ਕਲਾਂ ਗੋਲੀ ਕਾਂਡ ਜਿਹੜਾ ਵਰਤਿਆ,
ਉਸ ਤੋਂ ਬਾਅਦ ਫਿਰ ਕਹਿੰਦੇ ਵੀ ਸਿੱਟ ਬਣਾ ਦਿੱਤੀ ਗਈ ਜੀ, SIT ਦਾ ਗਠਨ ਕਰ ਦਿੱਤਾ ਗਿਆ, ਸਜ਼ਾ ਮਿਲੇਗੀ, ਆ ਮਿਲੇਗਾ। ਤੇ ਗੁਰਮੁਖੋ 2 SITਆਂ ਰੱਦ ਕਰਕੇ ਹੁਣ ਤੀਜੀ ਬਣਾ ਦਿੱਤੀ ਗਈ। ਸਾਨੂੰ ਕੈਪਟਨ ਸਰਕਾਰ ਤੋਂ ਥੋੜ੍ਹੀ ਉਮੀਦ ਸੀ ਵੀ ਸ਼ਾਇਦ ਇਹਨਾਂ ਨੇ ਇਨਸਾਫ ਦੇਣਾ ਬਿਆਬਦੀ ਦਾ, ਕਿਉਂਕਿ ਜਦੋਂ ਵੋਟਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਦਮਦਮਾ ਸਾਹਿਬ ਵਾਲੇ ਪਾਸੇ ਮੂੰਹ ਕਰਕੇ ਗੱਲ ਕਹੀ ਸੀ, ਇੱਕ ਤੇ ਮੈਂ 4 ਹਫ਼ਤਿਆਂ ਵਿੱਚ ਨਸ਼ੇ ਦਾ ਨੱਕ ਤੋੜਾਂਗਾ, ਤੇ ਦੂਸਰਾ ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਬਦੀ ਕੀਤੀ ਉਹਨਾਂ ਲੋਕਾਂ ਨੂੰ ਅਸੀਂ ਸਜ਼ਾਵਾਂ ਜ਼ਰੂਰ ਦੇਵਾਂਗੇ। ਪਰ ਦੋਨੇ ਗੱਲਾਂ ਹੀ ਨਹੀਂ ਹੋਈਆਂ। ਤੇ ਹੁਣ ਕਹਿੰਦੇ ਕੁੰਵਰ ਵਿਜੇ ਪ੍ਰਤਾਪ ਜੀ ਨੇ ਜਿਹੜੀ ਜਾਂਚ ਕੀਤੀ ਸੀ ਉਹਨੂੰ ਰੱਦ ਕਰਕੇ ਇੱਕ ਨਵਾਂ ਜਿਹੜਾ ਕਮਿਸ਼ਨ ਬਣਾ ਦਿੱਤਾ ਗਿਆ, ਨਵੀਂ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਉਲਟਾ ਗੁਰਮੁਖੋ ਸਿੱਖਾਂ ਨੂੰ ਇਨਸਾਫ ਤੇ ਕੀ ਮਿਲਣਾ ਸੀ, ਉਲਟਾ ਸਾਡੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਿਆ ਜਾ ਰਿਹਾ ਹੈ। ਭਾਵ ਸਮੇਂ ਦੀਆਂ ਸਰਕਾਰਾਂ ਨੇ ਇਸ ਅਖੌਤੀ ਸਾਧ ਨੂੰ 48 ਘੰਟਿਆਂ ਦੀ ਪੈਰੋਲ ਦਿੱਤੀ ਹੈ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਵੀ ਚਲੋ ਜੇ ਆਪਾਂ ਮੰਨਦੇ ਹਾਂ ਵੀ ਭਾਰਤ ਦਾ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਸਾਰਿਆਂ ਲਈ, ਭਾਵੇਂ ਕੋਈ ਸਿੱਖ ਹੈ, ਈਸਾਈ ਹੈ, ਕੋਈ ਵੀ ਹੈ, ਘੱਟ ਗਿਣਤੀਆਂ ਲਈ ਵੀ ਬਰਾਬਰ ਦਾ ਕਾਨੂੰਨ ਹੈ। ਫਿਰ ਜਿਹੜੇ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਬੜੇ ਦਹਾਕੇ ਹੋ ਗਏ ਜੇਲ੍ਹਾਂ ਵਿੱਚ ਸਮਾਂ ਬਿਤਾਉਂਦੇ ਆ, ਜਿਨ੍ਹਾਂ ਦੀਆਂ ਸਜ਼ਾਵਾਂ ਵੀ ਕਾਨੂੰਨ ਮੁਤਾਬਕ ਪੂਰੀਆਂ ਹੋ ਗਈਆਂ, ਭਾਈ ਫਿਰ ਭਾਰਤ ਸਰਕਾਰ ਉਹਨਾਂ ਸਿੱਖਾਂ ਨੂੰ ਰਿਹਾ ਕਿਉਂ ਨਹੀਂ ਕਰਦੀ? ਭਾਈ ਜਗਤਾਰ ਸਿੰਘ ਹਵਾਰੇ ਵਰਗੇ, ਭਾਈ ਭੁੱਲਰ, ਹੋਰ ਕਿੰਨੇ ਆ ਜਿਨ੍ਹਾਂ ਦੇ ਆਪਾਂ ਨਾਂ ਲਈਏ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਜਿਨ੍ਹਾਂ ਨੂੰ ਕੋਰਟ ਵੱਲੋਂ ਜਿਹੜਾ ਸੀ ਬਰੀ ਵੀ ਕਰ ਦਿੱਤਾ ਗਿਆ, ਉਹਨਾਂ ਨੂੰ ਸਮੇਂ ਦੀਆਂ ਸਰਕਾਰਾਂ ਕੁਝ ਘੰਟਿਆਂ ਦੀ ਪੈਰੋਲ ਵੀ ਨਹੀਂ ਦਿੰਦੀਆਂ, ਭਾਵੇਂ ਕਿਸੇ ਦੀ ਮਾਂ ਚੜ੍ਹਾਈ ਕਰ ਜੇ, ਕਿਸੇ ਦਾ ਪਿਓ ਚੜ੍ਹਾਈ ਕਰ ਜੇ। ਪਰ ਦੂਸਰੇ ਪਾਸੇ ਸਿਰਸੇ ਵਾਲੇ ਇਸ ਅਖੌਤੀ ਸਾਧ ਨੂੰ ਇਸ ਕਰਕੇ 48 ਘੰਟਿਆਂ ਦੀ ਪੈਰੋਲ ਸਰਕਾਰ ਨੇ ਦਿੱਤੀ ਵੀ ਇਹਦੀ ਮਾਂ ਬਿਮਾਰ ਹੈ। ਦੇਖੋ ਮੈਂ ਕਹਿੰਦਾ ਮਾਂ ਤੇ ਸਾਰਿਆਂ ਦੀ ਬਰਾਬਰ ਹੈ, ਮਾਂ ਨਹੀਂ ਮਾੜੀ ਹੁੰਦੀ, ਪਰ ਮਾਂ ਨੂੰ ਕਿਹੜਾ ਪਤਾ ਸੀ ਵੀ ਮੇਰੀ ਕੁੱਖ ਦੇ ਵਿੱਚੋਂ ਇੱਦਾਂ ਦਾ ਇਹ ਅਖੌਤੀ ਸਾਧ ਜੰਮੇਗਾ। 48 ਘੰਟਿਆਂ ਦੀ ਪੈਰੋਲ ਦਿੱਤੀ। ਉਹ ਸਵੇਰੇ ਵੀ ਅਸੀਂ ਬਾਬਾ ਜੀ ਨਾਲ ਗੱਲ ਕਰਦੇ ਸੀ ਵੀ ਅਜੇ ਤੇ ਪੈਰੋਲ ਹੀ ਦਿੱਤੀ ਹੈ, ਆਉਣ ਵਾਲੇ 2022 ਤੋਂ ਪਹਿਲਾਂ ਸਿਰਸੇ ਵਾਲੇ ਬਾਬੇ ਨੂੰ ਰਿਹਾ ਕਰਕੇ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੇ ਡੇਰੇ ਦੀਆਂ ਵੋਟਾਂ ਬਟੋਰਨੀਆਂ ਤੇ ਆਪਣਾ ਮੁੱਖ ਮੰਤਰੀ ਬਣਾਉਣਾ। ਇਹ ਤੁਹਾਡੇ ਸਾਹਮਣੇ ਹੈ। ਹਾਲਾਂਕਿ ਇਹਨਾਂ ਕੋਈ ਵੀ ਭਾਈ ਸਾਹਿਬ ਸ਼ਬਦ ਦੀ ਵਿਚਾਰ ਸਾਡੇ ਕਿਹੜੇ ਬੰਨੇ ਚਲੇ ਗਏ, ਮੈਂ ਕਹਿੰਦਾ ਤੁਸੀਂ ਕੀ ਕਹੋਗੇ, ਮੈਂ ਸ਼ਬਦ ਬਿਆਨ ਨਹੀਂ ਕਰ ਸਕਦਾ। ਬੜਾ ਦੁੱਖ ਹੋਇਆ। ਕੱਲਾ ਇਹ ਨਹੀਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਰੋਟੀਆਂ ਕਮਾਈ ਜਾਈਏ, ਪ੍ਰਚਾਰ ਕਰੀ ਜਾਈਏ, 4 ਪੈਸੇ ਸਾਡੇ ਘਰੇ ਆਈ ਜਾਣ। ਮੈਂ ਕਹਿੰਦਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਬਦੀ ਦੀ ਗੱਲ ਹੋਵੇ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਗੱਲ ਹੋਵੇ, ਉਦੋਂ ਸਾਨੂੰ ਆਪਣੇ ਨਿੱਜ ਨੂੰ ਇੱਕ ਪਾਸੇ ਰੱਖ ਦੇਣਾ ਚਾਹੀਦਾ। ਹਾਲਾਂਕਿ ਚਲੋ ਬਹੁਤਾ ਨਾ ਮੈਂ ਜਾਵਾਂ, ਮੈਂ ਕਈ ਵਾਰ ਤੁਹਾਡੇ ਨਾਲ ਇੱਕ ਉਦਾਹਰਣ ਸਾਂਝੀ ਕੀਤੀ ਹੈ ਵੀ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਰਤਦਾ ਹੈ, ਨਰੈਣੂ ਮਹੰਤ ਦੇ ਗੁੰਡਿਆਂ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ। ਜਿਹੜੇ ਗੁਰੂ ਕੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਸਨ, ਜਿਹੜੇ ਗੁਰੂ ਕੇ ਸਿੱਖ ਮੰਨਦੇ ਸਨ ਗੁਰੂ ਗ੍ਰੰਥ ਸਾਹਿਬ ਸਾਡੇ ਸਾਖਸ਼ਾਤ ਗੁਰੂ ਨੇ, ਪ੍ਰਗਟ ਗੁਰਾਂ ਕੀ ਦੇਹ ਨੇ, ਉਹਨਾਂ ਗੁਰੂ ਕੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਆਖਿਆ ਸਾਡੇ ਸੀਨੇ ਵਿੱਚ ਗੋਲੀ ਲੱਗੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਵਿੱਚ ਗੋਲੀ ਨਾ ਲੱਗੇ। ਪਰ ਅੱਜ ਅਸੀਂ ਕਿੱਥੇ ਖਲੋਤੇ ਹੋਏ ਹਾਂ? ਅੱਜ ਸਾਡੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਆਬਦੀ ਦੇ ਲਈ ਕੋਈ ਜਿਹੜਾ ਰੋਹ ਨਹੀਂ ਪੈਦਾ ਹੋ ਰਿਹਾ। ਤੇ ਸਰਕਾਰਾਂ ਸਾਨੂੰ ਚੈੱਕ ਵੀ ਕਰਨੀਆਂ ਨੇ ਵੀ ਦੇਖਦੇ ਹਾਂ ਸਿੱਖ ਕਿੱਥੇ ਖਲੋਤੇ ਹੋਏ ਹੈ। ਤੇ ਸਰਕਾਰਾਂ ਨੂੰ ਪਤਾ ਲੱਗ ਗਿਆ ਵੀ ਇਹ ਵੰਡੇ ਹੋਏ ਹੈ, ਇਹਨਾਂ ਨੇ ਕੁਝ ਨਹੀਂ ਕਰਨਾ। ਹੁਣ 48 ਘੰਟਿਆਂ ਦੀ ਪੈਰੋਲ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿੱਚ ਸਿਰਸੇ ਵਾਲੇ ਬਾਬੇ ਨੂੰ ਰਿਹਾ ਕਰਕੇ ਇਹਨਾਂ ਲੋਕਾਂ ਨੇ ਡੇਰੇ ਦੀਆਂ ਵੋਟਾਂ ਪੱਕੀਆਂ ਕਰ ਲੈਣੀਆਂ ਨੇ। ਬਹੁਤ ਦੁੱਖ ਹੁੰਦਾ। ਮੈਂ ਕਹਿੰਦਾ ਜੇ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਫਿਰ ਗੁਰੂ ਕੇ ਸਿੱਖਾਂ ਨੂੰ ਵੀ ਰਿਹਾ ਕਰੋ ਭਾਈ, ਉਹਨਾਂ ਨੂੰ ਵੀ ਪੈਰੋਲ ਦਿਓ, ਉਹ ਵੀ ਬਰਾਬਰ ਦੇ ਹੱਕਦਾਰ ਹੈ ਨਾ। ਚਲੋ ਮੈਂ ਤਾਂ ਬੇਨਤੀ ਕੀਤੀ ਹੈ। ਸਵੇਰੇ ਸ਼ਬਦ ਆਇਆ ਸੀ ਭਗਤ ਜੀ ਦਾ, ਕਹਿੰਦੇ ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਤੇ ਹਰ ਮਿਲਣ ਕੋ ਵਿੱਚੀ ਅਟਕਿਓ ਚੀਤ। ਕਹਿੰਦੇ ਜੇ ਇਹ ਔਖੌਤੀ ਸਾਧ ਜਿਹੜੇ ਹੈ ਨਾ, ਜਿਨ੍ਹਾਂ ਦਾ ਜੀਵਨ ਤੇ ਸਾਧਾ ਵਾਲਾ ਨਹੀਂ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਤੇ ਨਹੀਂ, ਇਹ ਲੋਕ ਚੱਲੇ ਤੇ ਪਰਮਾਤਮਾ ਨੂੰ ਮਿਲਣ ਵਾਸਤੇ ਸਨ। ਇਹਨਾਂ ਨੇ ਉਦਮ ਤੇ ਪਰਮਾਤਮਾ ਦੇ ਮਿਲਾਪ ਦਾ ਕੀਤਾ ਸੀ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਦਾ ਮਨ ਰਸਤੇ ਵਿੱਚ ਹੀ ਅਟਕ ਗਿਆ। ਇਹਨਾਂ ਦਾ ਮਨ ਚੇਲੇ ਚਾਟੜਿਆਂ ਤੋਂ ਪੂਜਾ ਕਰਾਉਣ ਦੇ ਵਿੱਚ, ਆਪਣੀ ਪ੍ਰਭਤਾ ਦੇ ਵਿੱਚ ਹੀ ਅੜਕ ਗਿਆ। ਪਰ ਮੈਂ ਇੱਕ ਬੇਨਤੀ ਕਰਾਂ, ਇਹ ਕੇਵਲ ਸਰਸੇ ਵਾਲੇ ਬਾਬੇ ਦੀ ਗੱਲ ਨਹੀਂ, ਇਹੋ ਜਿਹੇ ਬਾਬੇ ਤੇ ਘਰ ਘਰ ਵਿੱਚ ਪਿੰਡਾਂ ਵਿੱਚ ਡੇਰੇ ਪਾ ਕੇ ਬੈਠੇ ਹੋਏ ਹੈ, ਜਿਹੜੀ ਆਪਣੀ ਸਾਖਸ਼ੀ ਪੂਜਾ ਕਰਾ ਰਹੇ।
ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀਆਂ ਲਾ ਕੇ ਬੈਠੇ ਹੋਏ ਹੈ। ਚਲੋ ਆਪਾਂ ਸ਼ਬਦ ਦੀ ਵਿਚਾਰ ਵੱਲ ਚਲੀਏ। ਭਗਤ ਜੀ ਕਹਿੰਦੇ ਸਤ ਸੰਗਤ ਰਾਮ ਹਿਰਦੇ ਵਸਾਈ, ਕਹਿੰਦੇ ਮੈਂ ਸੰਤਾਂ ਦੀ ਸੰਗਤ ਕਰਕੇ, ਸੰਤ ਕੌਣ? ਜਿਨ੍ਹਾਂ ਸਾਸ ਗਿਰਾਸ ਨ ਬਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਸਤਿਗੁਰੂ ਜੀ ਨੇ ਬਾਣੀ ਵਿੱਚ ਇਹ ਵੀ ਜ਼ਿਕਰ ਕੀਤਾ ਹੈ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਵਗ, ਓਏ ਹਰ ਕੇ ਸੰਤ ਨ ਆਖੀਐ ਬਨਾਰਸ ਕੇ ਠੱਗ। ਪਰ ਅੱਗੇ ਭਗਤ ਜੀ ਕਹਿੰਦੇ ਐਸੇ ਸੰਤ ਨ ਮੋਕੋ ਭਾਵੈ। ਇੱਕ ਉਹ ਸੰਤ ਨੇ ਜਿਨ੍ਹਾਂ ਨੂੰ ਬਾਣੀ ਵਿੱਚ ਸਤਿਕਾਰ ਦਿੱਤਾ ਗਿਆ, ਜਿਨ੍ਹਾਂ ਦੀ ਸੰਗਤ ਕਰਨ ਲਈ ਸਾਨੂੰ ਪ੍ਰੇਰਿਆ। ਪਰ ਇੱਕ ਉਹ ਅਖੌਤੀ ਸੰਤ ਨੇ ਜਿਨ੍ਹਾਂ ਬਾਰੇ ਸਭ ਭਗਤ ਜੀ ਕਹਿੰਦੇ ਇਹੋ ਜਿਹੇ ਸੰਤ ਮੈਨੂੰ ਬਿਲਕੁਲ ਵੀ ਚੰਗੇ ਨਹੀਂ ਲੱਗਦੇ, ਜਿਨ੍ਹਾਂ ਨੇ ਕੇਵਲ ਬਾਹਰੋਂ ਧਰਮ ਦਾ ਲਿਬਾਸ ਤੇ ਪਾਇਆ ਪਰ ਜੀਵਨ ਵਿੱਚ ਕੋਈ ਇੱਦਾਂ ਦਾ ਗੁਣ ਨਹੀਂ ਹੈ ਜਿਨ੍ਹਾਂ ਕਰਕੇ ਉਹਨਾਂ ਨੂੰ ਸੰਤ ਆਖਿਆ ਜਾ ਸਕੇ, ਜਿਨ੍ਹਾਂ ਕਰਕੇ ਇਹਨਾਂ ਨੂੰ ਗੁਰਮੁਖ ਆਖਿਆ ਜਾ ਸਕੇ। ਮੈਂ ਆਪ ਜੀ ਦੇ ਨਾਲ ਬੜੇ ਵਾਰੀ ਇਹ ਵਿਚਾਰ ਸਾਂਝੀ ਕੀਤੀ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਪੂਰਨ ਪੁਰਖ ਦੇ 6 ਗੁਣ ਬਿਆਨ ਕੀਤੇ। ਖਟ ਲਖਨ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵਜਨੈ। ਭਾਈ ਜਿਨ੍ਹਾਂ ਦੇ ਜੀਵਨ ਵਿੱਚ ਇਹ ਗੁਣ ਨੇ ਉਹਨਾਂ ਨੂੰ ਸਾਧ ਕਿਹਾ ਜਾ ਸਕਦਾ, ਉਹਨਾਂ ਨੂੰ ਸੰਤ ਕਿਹਾ ਜਾ ਸਕਦਾ ਤੇ ਉਹਨਾਂ ਨੂੰ ਹੀ ਗੁਰਮੁਖ ਕਿਹਾ ਜਾ ਸਕਦਾ। ਹੁਣ ਭਗਤ ਜੀ ਕਹਿੰਦੇ ਮੈਂ ਗੁਰਮੁਖਾਂ ਦੀ ਸੰਗਤ ਕਰਕੇ, ਗੁਰੂ ਦੀ ਸੰਗਤ ਕਰਕੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਬਸਾਉਂਦਾ ਹਾਂ ਰਹਾਉ। ਹੁਣ ਭਗਤ ਜੀ ਵਿਸਰਾਮ ਦੇ ਕੇ ਅੱਗੇ ਸਮਝਾਉਂਦੇ ਹਨ। ਹਨੂਮਾਨ ਸਰ ਗਰੜ ਸਮਾਨਾ। ਹੁਣ ਗੁਰਮੁਖੋਂ ਮੰਨਿਆ ਜਾਂਦਾ ਵੀ ਹਨੂਮਾਨ ਜਿਹੜਾ ਹੈ ਉਹ ਰਾਮ ਚੰਦਰ ਜੀ ਦਾ ਸੇਵਕ ਹੈ, ਇਹ ਮੰਨਿਆ ਜਾਂਦਾ ਹੈ। ਪਰ ਇੱਕ ਬੇਨਤੀ ਮੈਂ ਹੋਰ ਕਰਦੇ ਹਾਂ, ਕਈ ਗੁਰੂ ਕੇ ਸਿੱਖ ਵੀ ਹਨੂਮਾਨ ਦੀ ਪੂਜਾ ਕਰਨ ਲੱਗੇ ਹੋਏ ਆ। ਤੁਸੀਂ ਵੇਖਿਆ ਨਾ ਕਈਆਂ ਨੇ ਮੰਗਲਵਾਰ ਨੂੰ ਇੱਦਾਂ ਇੱਕ ਥਾਂ ਜੀ ਬਣਾਈ ਹੋਈ ਹੈ, ਇੱਦਾਂ ਇੱਕ ਲੱਕੜ ਦੀ ਘੜ ਕੇ ਉੱਥੇ ਸੰਧੂਰ, ਕਈ ਤਰ੍ਹਾਂ ਦੇ ਜਿਹੜੇ ਪਖੰਡ ਉੱਥੇ ਕਰਦੇ ਪਏ ਹੈ। ਅਤੇ ਜੇ ਪੁੱਛਿਆ ਜਾਏ ਕਹਿੰਦੇ ਇਹਦੇ ਨਾਲ ਮਾਲ ਪਸ਼ੂ ਵਿੱਚ ਬੜੀ ਬਰਕਤ ਆਉਂਦੀ। ਕਈ ਤਾਂ ਇੱਥੋਂ ਤੱਕ ਅਸੀਂ ਵੇਖਦੇ ਨਾ, ਜਦੋਂ ਕੋਈ ਜੋਗੀ ਕਿਤੇ ਬਾਂਦਰ ਲੈ ਕੇ ਆ ਜਾਏ ਕਹਿੰਦੇ ਇੱਦਾਂ ਕਰੋ ਜੀ ਸਾਡੀ ਖੁਰਲੀ ਵਿੱਚ ਇਸ ਬਾਂਦਰ ਨੂੰ ਚੜਾਓ। ਕਹਿੰਦੇ ਕਾਹਦੇ ਲਈ? ਕਹਿੰਦੇ ਇਹਦੇ ਨਾਲ ਘਰ ਵਿੱਚ ਬਰਕਤ ਆਏਗੀ, ਪਸ਼ੂ ਦੁੱਧ ਵੱਧ ਦੇਣਗੇ, ਮਾਲ ਪਸ਼ੂ ਵਿੱਚ ਵਾਧਾ ਹੋਏਗਾ। ਗੱਲ ਹੈਰਾਨੀ ਦੀ ਗੱਲ ਵੀ ਹੈ ਜਾਨਵਰ, ਉਸ ਜਾਨਵਰ ਨੂੰ ਘਰ ਵਿੱਚ ਲਿਆਉਣ ਦੇ ਨਾਲ ਪਸ਼ੂਆਂ ਵਿੱਚ ਵਾਧਾ ਕਿਵੇਂ ਹੋਏਗਾ ਭਾਈ? ਉਹਦੇ ਜੇ ਪਸ਼ੂਆਂ ਨੂੰ ਤੁਸੀਂ ਚੰਗੀ ਤਰ੍ਹਾਂ ਸਾਂਭ ਸੰਭਾਲ ਕਰੋਗੇ, ਧਿਆਨ ਰੱਖੋਗੇ ਤੇ ਪਸ਼ੂਆਂ ਵਿੱਚ ਵਾਧਾ ਤੇ ਆਪੇ ਹੋਏਗਾ, ਆਪੇ ਪਸ਼ੂਆਂ ਨੇ ਦੁੱਧ ਦੇਣਾ ਨਾ। ਤਾਂ ਕਰਕੇ ਇਹ ਮੈਂ ਨਾਲ ਦੀ ਨਾਲ ਬੇਨਤੀ ਤਾਂ ਕਰ ਦਿੰਦਾ ਵੀ ਇਹ ਗੱਲਾਂ ਸਾਡੇ ਸਮਾਜ ਵਿੱਚ ਵਰਤ ਰਹੀਆਂ ਨੇ। ਮੈਂ ਆਪਣੇ ਘਰਾਂ ਵਿੱਚ ਵੇਖਿਆ ਕਿਸੇ ਟਾਈਮ ਜੇ ਕੋਈ ਆ ਜਾਣਾ ਜੋਗੀ, ਚਲੋ ਤੁਹਾਡੇ ਦਰ 'ਤੇ ਕੋਈ ਆ ਗਿਆ ਮੰਗਤਾ, ਉਹਨੂੰ ਤੁਸੀਂ ਪਾ ਦਿੱਤਾ, ਚਲੋ ਆਪਾਂ ਕਹਿੰਦੇ ਵੀ ਖਾਲੀ ਨਾ ਮੋੜੋ, ਪਰ ਅਸੀਂ ਤਾਂ ਉਹਨੂੰ ਬਾਬਾ ਬਣਾ ਲੈਂਦੇ ਵੀ ਬਾਬਾ ਜੀ ਆ ਗਏ। ਜੋਗੀ ਜੀ ਨੂੰ ਬਾਬਾ ਬਣਾ ਕੇ ਉਹ ਮਾਈਆਂ ਉਹਨੂੰ ਹੀ ਕਈ ਚੀਜ਼ਾਂ ਦੇ ਕੇ ਉਹਨੂੰ ਕਹਿੰਦੀਆਂ ਸਾਡੇ ਘਰ ਦੇ ਵਿੱਚ ਜੀ ਆਹ ਕਰੋ ਆਹ ਕਰੋ, ਉਹ ਫਿਰ ਲੁੱਟ ਕੇ ਲੈ ਜਾਂਦੇ। ਉਹਨੂੰ ਪਤਾ ਲੱਗ ਵੀ ਲੋਕ ਅਨਪੜ੍ਹ ਨੇ, ਅਗਿਆਨੀ ਲੋਕ ਨੇ, ਵੀ ਜਿਹੜੇ ਬਾਂਦਰ ਨੂੰ ਇਹ ਕਹੀ ਜਾਂਦੇ ਵੀ ਬਾਂਦਰ ਘਰ ਆਉਣ ਨਾਲ ਸਾਡੇ ਪਸ਼ੂਆਂ ਵਿੱਚ ਵਾਧਾ ਹੋਏਗਾ। ਤਾਂ ਮੈਂ ਬੇਨਤੀ ਕਰ ਰਿਹਾ। ਹੁਣ ਭਗਤ ਜੀ ਕਹਿੰਦੇ ਹਨੂਮਾਨ ਸਰ ਗਰੜ ਸਮਾਨਾ, ਕਹਿੰਦੇ ਸ੍ਰੀ ਰਾਮ ਚੰਦਰ ਜੀ ਦਾ ਸੇਵਕ ਜਿਹੜਾ ਹਨੂਮਾਨ ਹੈ ਨਾ, ਜਾਂ ਵਿਸ਼ਨੂੰ ਜੀ ਦਾ ਸੇਵਕ ਗਰੜ ਜਿਹੜਾ ਮੰਨਿਆ ਜਾਂਦਾ ਵੀ ਇਹ ਵਿਸ਼ਨੂੰ ਜੀ ਦਾ ਸੇਵਕ ਹੈ, ਵਿਸ਼ਨੂੰ ਜੀ ਦੀ ਸਵਾਰੀ ਕਰਦੇ ਹੈ। ਤੇ ਭਗਤ ਜੀ ਕਹਿੰਦੇ ਇਹਨਾਂ ਨੇ ਵੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ। ਸੁਰਪਤ ਨਰਪਤ ਨਹੀਂ ਗੁਣ ਜਾਨਾ। ਸੁਰਪਤ ਨਰਪਤ ਨਹੀਂ ਗੁਣ ਜਾਨਾ। ਸੁਰਪਤ ਦਾ ਅਰਥ ਹੁੰਦਾ ਗੁਰਮੁਖੋ ਦੇਵਤਿਆਂ ਦਾ ਰਾਜਾ। ਦੇਵਤਿਆਂ ਦਾ ਰਾਜਾ ਕਿਹਨੂੰ ਮੰਨਿਆ ਜਾਂਦਾ? ਇੰਦਰ ਨੂੰ। ਵੈਸੇ ਮੈਂ ਕਈ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਸਤਿਗੁਰਾਂ ਦੀ ਬਾਣੀ ਇਸ ਵਿਚਾਰ ਦੇ ਨਾਲ ਸਹਿਮਤ ਨਹੀਂ। ਮਤਾ ਕਿਤੇ ਤੁਸੀਂ ਭੁਲੇਖੇ ਵਿੱਚ ਕਹਿ ਜਾਓ ਵੀ ਇੱਕ ਪਾਸੇ ਤੇ ਕਹੀ ਜਾਂਦੇ ਵੀ ਕੋਈ ਇੱਦਾਂ ਦਾ ਇੰਦਰ ਦੇਵਤਾ ਨਹੀਂ ਹੁੰਦਾ, ਤੇ ਦੂਸਰੇ ਪਾਸੇ ਤੁਸੀਂ ਇਹ ਕਹੀ ਜਾਂਦੇ ਵੀ ਸਤਿਗੁਰਾਂ ਦੀ ਬਾਣੀ ਵਿੱਚ ਲਿਖਿਆ ਵੀ ਇੰਦਰ ਦੇਵਤਿਆਂ ਦਾ ਰਾਜਾ ਹੈ, ਇਹ ਸਵਰਗ ਦਾ ਰਾਜਾ ਨਹੀਂ। ਸਤਿਗੁਰੂ ਜੀ ਨੇ ਇੱਕ ਪ੍ਰਤੀਕ ਵਰਤਿਆ ਵੀ ਜਿਹੜਾ ਮੰਨਿਆ ਜਾਂਦਾ ਨਾ ਵੀ ਸੁਰਪਤ, ਇਹ ਜਿਹੜਾ ਇੰਦਰ ਦੇਵਤਿਆਂ ਦਾ ਰਾਜਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨਰਪਤ, ਨਰਪਤ ਦਾ ਅਰਥ ਹੁੰਦਾ ਨਰਾਂ ਦਾ ਰਾਜਾ, ਭਾਵ ਮਨੁੱਖਾਂ ਦਾ ਜਿਹੜਾ ਰਾਜਾ ਹੈ ਤੇ ਜਿਹੜਾ ਮੰਨਿਆ ਜਾਂਦਾ ਹੈ। ਤੇ ਭਗਤ ਜੀ ਕਹਿੰਦੇ ਇਹਨਾਂ ਵੱਡੇ ਵੱਡਿਆਂ ਰਾਜਿਆਂ ਨੇ ਵੀ
ਤੇਰੇ ਗੁਣਾਂ ਨੂੰ ਗਾ ਕੇ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ। ਚਾਰ ਵੇਦ ਅਰ ਸਿਮਰਤ ਪ੍ਰਾਨਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਗੁਰਮੁਖੋ 4 ਵੇਦ ਮੰਨੇ ਜਾਂਦੇ ਹੈ, 27 ਸਿਮਰਤੀਆਂ ਮੰਨੀਆਂ ਗਈਆਂ ਨੇ ਤੇ 18 ਪੁਰਾਣ ਮੰਨੇ ਗਏ ਆ। ਮੰਨਿਆ ਜਾਂਦਾ ਵੀ ਇਹਨਾਂ ਸਿਮਰਤੀਆਂ ਵਿੱਚ, ਇਹਨਾਂ ਪੁਰਾਣਾਂ ਵਿੱਚ ਵੀ ਰੱਬੀ ਗੁਣਾਂ ਦਾ ਜ਼ਿਕਰ ਹੈ। ਕਈ ਤਰੀਕਿਆਂ ਨਾਲ ਪਰਮਾਤਮਾ ਦੇ ਗੁਣਾਂ ਦੀ ਗੱਲ ਕੀਤੀ ਗਈ ਹੈ, ਪਰ ਭਗਤ ਜੀ ਕਹਿੰਦੇ ਇਹ ਭਾਵੇਂ 4 ਵੇਦ ਨੇ, ਭਾਵੇਂ 27 ਸਿਮਰਤੀਆਂ ਨੇ, ਭਾਵੇਂ 18 ਪੁਰਾਣ ਨੇ, ਤੇ ਜਿਹੜੇ ਇਹਨਾਂ ਦੇ ਕਰਤੇ ਨੇ, ਜਿਨ੍ਹਾਂ ਨੇ ਇਹਨਾਂ ਸਿਮਰਤੀਆਂ ਨੂੰ ਲਿਖਿਆ, ਜਿਨ੍ਹਾਂ ਨੇ ਇਹਨਾਂ ਵੇਦਾਂ ਨੂੰ ਜਿਹੜਾ ਸੀ ਲਿਖਿਆ, ਵੇਦਾਂ ਨੂੰ ਉਚਾਰਨ ਕੀਤਾ, ਭਾਈ ਨਾ ਤੇ ਇਹਨਾਂ ਨੇ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਇਆ ਤੇ ਨਾ ਹੀ ਇਹਨਾਂ ਸਿਮਰਤੀਆਂ ਵੇਦਾਂ ਨੇ, ਪੁਰਾਣਾਂ ਨੇ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਇਆ ਹੈ। ਚਾਰ ਵੇਦ ਅਰ ਸਿਮਰਤ ਪ੍ਰਾਨਾ। ਹੁਣ ਭਗਤ ਜੀ ਕਹਿੰਦੇ 4 ਵੇਦ ਅਰ ਸਿਮਰਤ ਪੁਰਾਣਾ। ਵੇਦਾਂ ਤੋਂ ਬਾਅਦ ਸਿਮਰਤੀਆਂ, ਸਿਮਰਤੀਆਂ ਤੋਂ ਬਾਅਦ ਪੁਰਾਣ। ਸਤਿਗੁਰੂ ਜੀ ਕਹਿੰਦੇ ਇਹਨਾਂ ਦੇ ਵਿੱਚ ਵੀ ਭਾਵੇਂ ਰੱਬੀ ਗੁਣਾਂ ਦਾ ਜ਼ਿਕਰ ਹੋਵੇ, ਪਰ ਭਾਈ ਇਹਨਾਂ ਸਿਮਰਤੀਆਂ ਪੁਰਾਣਾਂ ਨੇ, ਇਹਨਾਂ ਵੇਦਾਂ ਨੇ ਵੀ ਪਰਮਾਤਮਾ ਦੇ ਗੁਣਾਂ ਨੂੰ ਪੂਰਨ ਤੌਰ ਤੇ ਨਹੀਂ ਜਾਣਿਆ। ਕਮਲਾ ਪਤ ਕਮਲਾ ਨਹੀਂ ਜਾਨਾ। ਕਮਲਾ ਪਤ ਕਮਲਾ ਨਹੀਂ ਜਾਨਾ। ਕਮਲਾ ਪਤ ਲక్ష్ਮੀ ਦਾ ਪਤੀ ਵਿਸ਼ਨੂੰ ਮੰਨਿਆ ਜਾਂਦਾ ਵੀ ਜਿਹੜਾ ਲక్ష్ਮੀ ਦਾ ਪਤੀ ਹੈ ਨਾ, ਵਿਸ਼ਨੂੰ ਹੈ। ਸੱਚੇ ਪਾਤਸ਼ਾਹ ਭਗਤ ਜੀ ਕਹਿੰਦੇ ਜਿਹੜਾ ਵਿਸ਼ਨੂੰ ਹੈ ਨਾ, ਇਸ ਵਿਸ਼ਨੂੰ ਨੇ ਵੀ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਨ ਦਾ ਜ਼ਿਕਰ ਕੀਤਾ। ਤੇ ਭਗਤ ਜੀ ਕਹਿੰਦੇ ਇਹ ਜਿਹੜਾ ਲక్ష్ਮੀ ਦਾ ਪਤੀ ਵਿਸ਼ਨੂੰ ਹੈ ਨਾ, ਕਮਲਾ ਪਤ ਕਮਲਾ ਨਹੀਂ ਜਾਨਾ, ਇਹਨੇ ਵੀ ਪਰਮਾਤਮਾ ਦੇ ਗੁਣਾਂ ਦਾ, ਰੱਬੀ ਗੁਣਾਂ ਦਾ ਭੇਦ ਨਹੀਂ ਪਾਇਆ। ਕਹਿ ਕਬੀਰ ਸੋ ਭਰਮੈ ਨਾਹੀ। ਹੁਣ ਭਗਤ ਜੀ ਕਹਿੰਦੇ ਕਹਿ ਕਬੀਰ ਸੋ ਭਰਮੈ ਨਾਹੀ। ਹੁਣ ਭਗਤ ਜੀ ਕਹਿੰਦੇ ਐ ਜਿਹੜੇ ਲੋਕ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜੇ ਨਾ, ਉਹ ਇੱਕ ਪਰਮਾਤਮਾ ਨੂੰ ਛੱਡ ਕੇ ਕਈ ਪਾਸੇ ਭਟਕ ਰਹੇ ਹੈ। ਉਹ ਕਈ ਤਰ੍ਹਾਂ ਦੀ ਭਟਕਣਾ ਵਿੱਚ ਪਏ ਹੋਏ ਹੈ, ਉਹ ਕਈ ਤਰ੍ਹਾਂ ਦੇ ਜਿਹੜੇ ਆਪਾਂ ਵਹਿਮਾਂ ਭਰਮਾਂ ਵਿੱਚ ਪਏ ਹੋਏ ਹੈ। ਪਰ ਭਗਤ ਜੀ ਕਹਿੰਦੇ ਐ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ, ਜਿਹੜੇ ਮਨੁੱਖ ਨੇ ਸੰਤਾਂ ਦੀ ਸੰਗਤ ਨਾਲ ਜੁੜ ਕੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ, ਫਿਰ ਭਗਤ ਜੀ ਕਹਿੰਦੇ ਐਸਾ ਮਨੁੱਖ ਕਦੇ ਵੀ ਭਟਕਣਾ ਵਿੱਚ ਨਹੀਂ ਪੈਂਦਾ। ਮੈਂ ਬੜੀ ਵਾਰੀ ਬੇਨਤੀ ਕੀਤੀ ਹੈ, ਗੁਰਮੁਖੋ ਸਾਡੇ ਜੀਵਨ ਦੀ ਭਟਕਣਾ ਦਾ ਕਾਰਨ ਹੈ ਭਰਮ। ਤੇ ਜਦੋਂ ਸਾਡੇ ਜੀਵਨ ਦਾ ਭਰਮ ਮਿਟ ਗਿਆ, ਸਾਡੇ ਜੀਵਨ ਦਾ ਭਰਮ ਦੂਰ ਹੋ ਗਿਆ, ਉਸ ਵੇਲੇ ਫਿਰ ਸਾਡੇ ਜੀਵਨ ਦੀ ਭਟਕਣਾ ਦੂਰ ਹੋਏਗੀ। ਪਰ ਨਾਲ ਦੀ ਨਾਲ ਸਾਨੂੰ ਇਹ ਵੀ ਜਾਣਨਾ ਪਏਗਾ ਵੀ ਸਾਡੇ ਜੀਵਨ ਦਾ ਭਰਮ ਦੂਰ ਕਿਵੇਂ ਹੋਏਗਾ, ਸਾਨੂੰ ਜੀਵਨ ਦੀ ਅਸਲੀਅਤ ਕਿਵੇਂ ਪਤਾ ਲੱਗੇਗੀ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਰਮ ਤੁਹਾਡਾ ਉਹਦੇ ਜ਼ਰੂਰ ਦੂਰ ਹੋਏਗਾ ਜਿਹਦੇ ਤੁਸੀਂ ਗੁਰੂ ਦੇ ਸ਼ਬਦ ਨਾਲ ਅੰਦਰੋਂ ਜੁੜ ਜਾਓਗੇ, ਕਿਉਂਕਿ ਪੂਰਾ ਸਤਿਗੁਰੂ ਜਿਹੜਾ ਹੈ ਉਹ ਸਾਡੇ ਜੀਵਨ ਦੇ ਭਰਮਾਂ ਨੂੰ ਕੱਢ ਕੇ ਸਾਡੇ ਅੰਦਰ ਧਰਮ ਪੈਦਾ ਕਰ ਦਿੰਦਾ। ਮੈਂ ਬੜੀ ਵਾਰੀ ਵਿਚਾਰ ਸਾਂਝੀ ਕੀਤੀ ਹੈ ਕਿ ਜਿਸ ਮਨੁੱਖ ਦੇ ਅੰਦਰ ਭਰਮ ਹੈ ਉੱਥੇ ਧਰਮ ਨਹੀਂ, ਪਰ ਜਿੱਥੇ ਧਰਮ ਹੈ ਉੱਥੇ ਭਰਮ ਨੂੰ ਕੋਈ ਥਾਂ ਨਹੀਂ। ਪਰ ਜਿਹੜਾ ਬੰਦਾ ਧਰਮੀ ਕਹਾਉਂਦਾ ਹੋਇਆ ਵੀ ਭਰਮ ਵਿੱਚ ਪਿਆ ਹੋਇਆ, ਤੇ ਸਮਝਣਾ ਪਏਗਾ ਵੀ ਅਜੇ ਇਹ ਧਰਮ ਤੋਂ ਬੜਾ ਦੂਰ ਹੈ, ਅਜੇ ਇਹਨੇ ਧਰਮ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਨਹੀਂ। ਕਿਉਂਕਿ ਗੁਰਮੁਖੋ ਧਰਮੀ ਬੰਦਾ ਜਿਹੜਾ ਹੈ ਉਹ ਕਦੇ ਵੀ ਭਰਮ ਦੇ ਵਿੱਚ ਪੈ ਕੇ ਭਟਕੇਗਾ ਨਹੀਂ। ਤੇ ਆਪਾਂ ਵੇਖਦੇ ਨੇ ਵੀ ਅੱਜ ਸੰਸਾਰ ਦੇ ਬਹੁਤੇ ਲੋਕ ਜਿਹੜੇ ਹੈ ਉਹ ਕਈ ਤਰ੍ਹਾਂ ਦੇ ਭਰਮਾਂ ਵਿੱਚ ਪੈ ਕੇ ਥਾਂ ਥਾਂ 'ਤੇ ਭਟਕਦੇ ਪਏ ਆ। ਮੈਂ ਪਿਛਲੇ ਦਿਨਾਂ ਵਿੱਚ ਵੀ ਬੇਨਤੀ ਕੀਤੀ ਸੀ, ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੈ ਦੁਆਰ ਸੁਆਨ ਜੋ ਡੋਲਤ, ਨਹਿ ਸੁਧ ਰਾਮ ਭਜਨ ਕੀ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਨੁੱਖ ਭਰਮ ਦੇ ਵਿੱਚ ਪੈ ਗਿਆ, ਜਿਹਨੂੰ ਇਹ ਭਰਮ ਪੈ ਗਿਆ ਵੀ ਸ਼ਾਇਦ ਮੈਨੂੰ ਇੱਥੋਂ ਸੁੱਖ ਮਿਲੇਗਾ, ਇੱਥੋਂ ਸੁੱਖ ਮਿਲੇਗਾ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਬੰਦੇ ਨੂੰ ਸੁੱਖਾਂ ਦੀ ਪ੍ਰਾਪਤੀ ਤੇ ਕੀ ਹੋਣੀ ਹੈ,
ਸਗੋਂ ਐਸਾ ਮਨੁੱਖ ਆਪਣੀ ਕੀਮਤੀ ਮਨੁੱਖਾ ਜੀਵਨ ਦੇ ਸਮੇਂ ਨੂੰ ਵੀ ਵਿਅਰਥ ਗਵਾ ਲੈਂਦਾ। ਸੁਖ ਕੈ ਹੇਤ ਭਾਵ ਸੁੱਖਾਂ ਨੂੰ ਪਾਉਣ ਦੇ ਲਈ ਬਹੁਤ ਦੁੱਖ ਪਾਵਤ ਕਈ ਤਰ੍ਹਾਂ ਦੇ ਦੁੱਖ ਆਪਣੇ ਜੀਵਨ ਵਿੱਚ ਪੈਦਾ ਕਰਦਾ ਹੈ। ਕਿਉਂਕਿ ਗੁਰਮੁਖੋ ਜਦੋਂ ਅਸੀਂ ਥਾਂ ਥਾਂ 'ਤੇ ਭਟਕਾਂਗੇ, ਜਿੱਥੇ ਸਾਡੀ ਸਮੇਂ ਦੀ ਬਰਬਾਦੀ ਹੋਏਗੀ ਅਤੇ ਉੱਥੇ ਸਾਡੀ ਪੈਸੇ ਦੀ ਵੀ ਬਰਬਾਦੀ ਹੋਏਗੀ। ਜਿੱਥੇ ਸਾਡਾ ਪੈਸਾ ਬਰਬਾਦ ਹੋਏਗਾ ਉੱਥੇ ਅਸੀਂ ਮਾਨਸਿਕ ਤੌਰ 'ਤੇ ਵੀ ਪਰੇਸ਼ਾਨ ਹੋਵਾਂਗੇ। ਤਾਂ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਜੇ ਤੂੰ ਚਾਹੁੰਦਾ ਮੇਰੇ ਜੀਵਨ ਵਿੱਚ ਸੁੱਖ ਆਵੇ, ਕਹਿੰਦੇ ਬਾਕੀ ਦੇ ਓਟ ਸਹਾਰੇ ਛੱਡ ਕੇ ਇੱਕ ਮਾਲਕ ਦੀ ਸ਼ਰਨ ਵਿੱਚ ਆ, ਕਿਉਂਕਿ ਇੱਕ ਮਾਲਕ ਪਰਮਾਤਮਾ ਹੀ ਸਾਰੇ ਸੁੱਖਾਂ ਦਾ ਦਾਤਾ ਹੈ। ਉਹਦੇ ਤੋਂ ਬਿਨਾਂ ਕੋਈ ਦੂਸਰਾ ਨਹੀਂ ਜਿਹੜਾ ਤੈਨੂੰ ਸੁੱਖ ਦੇ ਸਕੇ। ਤਾਂ ਕਰਕੇ ਸਤਿਗੁਰੂ ਜੀ ਨੇ ਆਖਿਆ, ਸੁਖ ਕੈ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਨੁੱਖ ਭਰਮ ਦੇ ਵਿੱਚ ਪੈ ਕੇ ਭਟਕਦਾ ਪਿਆ, ਸਮਝ ਲਓ ਇਸ ਮਨੁੱਖ ਦੀ ਹਾਲਤ ਤੇ ਉਸ ਕੁੱਤੇ ਵਰਗੀ ਹੋ ਗਈ ਜਿਹੜਾ ਕੁੱਤਾ ਥਾਂ ਥਾਂ 'ਤੇ ਭਟਕ ਰਿਹਾ। ਦੁਆਰ ਹੈ ਦੁਆਰ ਸੁਆਨ ਜਿਉ ਡੋਲਤ ਨਹਿ ਸੁਧ ਰਾਮ ਭਜਨ ਕੀ। ਮਾਨਸ ਜਨਮ ਅਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ। ਤਾਂ ਕਰਕੇ ਭਗਤ ਜੀ ਕਹਿੰਦੇ, ਕਹਿ ਕਬੀਰ ਸੋ ਭਰਮੈ ਨਾਹੀ। ਭਗਤ ਕਬੀਰ ਜੀ ਆਖਦੇ ਹੈ, ਕਹਿੰਦੇ ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਜਿਹੜੇ ਹੈ ਪ੍ਰਭੂ ਨੂੰ ਛੱਡ ਕੇ ਹੋਰ ਪਾਸੇ ਭਟਕ ਰਹੇ ਹੈ, ਪਰ ਇੱਕ ਉਹ ਮਨੁੱਖ ਨਹੀਂ ਭਟਕਦਾ ਜਿਹੜਾ ਸੰਤਾਂ ਦੇ ਚਰਨੀ ਲੱਗ ਕੇ ਇੱਕ ਪਰਮਾਤਮਾ ਦੀ ਸ਼ਰਨ ਵਿੱਚ ਟਿਕਿਆ ਰਹਿੰਦਾ ਹੈ। ਤਾਂ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹੈ, ਜੇ ਤੂੰ ਆਪਣੇ ਜੀਵਨ ਦੀ ਭੜਕਣਾ ਖਤਮ ਕਰਨੀ ਹੈ, ਜੇ ਤੂੰ ਚਾਹੁੰਦਾ ਮੇਰੇ ਜੀਵਨ ਦੀ ਭੜਕਣਾ ਖਤਮ ਹੋ ਜਾਵੇ, ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਤੈਨੂੰ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਅੰਦਰ ਦੇ ਭਰਮ ਦੂਰ ਕਰਨੇ ਪੈਣੇ ਹੈ। ਜਦੋਂ ਤੇਰੇ ਅੰਦਰ ਦਾ ਭਰਮ ਮਿਟ ਗਿਆ, ਤੇਰੇ ਜੀਵਨ ਦੇ ਭਰਮ ਕੱਟੇ ਗਏ, ਉਸ ਵੇਲੇ ਤੇਰੇ ਅੰਦਰ ਦੀ ਭੜਕਣਾ ਖਤਮ ਹੋਏਗੀ। ਆਓ ਗੁਰਮੁਖੋ ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਕਿਰਪਾ ਕਰਕੇ ਸਾਡੇ ਜੀਵਨ ਦੇ ਭਰਮਾਂ ਦੇ ਪਰਦਿਆਂ ਨੂੰ ਦੂਰ ਕਰੇ, ਤਾਂ ਜੋ ਸਾਡੇ ਅੰਦਰ ਦੀ ਭੜਕਣਾ ਖਤਮ ਹੋਵੇ, ਅਸੀਂ ਇੱਕ ਮਾਲਕ ਦੇ ਚਰਨਾਂ ਨਾਲ ਜੁੜ ਸਕੀਏ, ਜਿਹੜਾ ਇੱਕ ਮਾਲਕ ਪਰਮਾਤਮਾ ਹੀ ਸਾਰੇ ਸੁੱਖਾਂ ਦਾ ਦਾਤਾ ਹੈ। ਪਰ ਭਗਤ ਜੀ ਕਹਿੰਦੇ ਉਸ ਇੱਕ ਪਰਮਾਤਮਾ ਨੂੰ ਕੇਵਲ ਗੁਰਮੁਖਾਂ ਦੀ ਸੰਗਤ ਰਾਹੀਂ, ਗੁਰੂ ਦੀ ਸੰਗਤ ਰਾਹੀਂ ਆਪਣੇ ਹਿਰਦੇ ਵਿੱਚ ਵਸਾਇਆ ਜਾ ਸਕਦਾ ਹੈ। ਆਓ ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਗੁਰੂ ਅਤੇ ਗੁਰੂ ਕੀ ਸੰਗਤ ਮਾਫੀ ਬਖਸ਼ੇ। ਕੋਈ ਗੱਲ ਆਪ ਜੀ ਨੂੰ ਗੁਰਬਾਣੀ ਗੁਰਮਤਿ ਤੋਂ ਬਾਹਰ ਲੱਗੀ ਹੋਵੇ, ਜ਼ਰੂਰ ਤੁਸੀਂ ਮੇਰੇ ਧਿਆਨ ਵਿੱਚ ਲਿਆ ਦੇਣਾ। ਪਰ ਇੱਕ ਬੇਨਤੀ ਮੈਂ ਜ਼ਰੂਰ ਕਰਦੇ ਹਾਂ ਗੁਰਮੁਖੋ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਦੀ ਗੱਲ ਚੱਲਦੀ ਹੈ, ਤਾਂ ਹਰ ਇੱਕ ਗੁਰਸਿੱਖ ਨੂੰ ਆਪਣਾ ਫਰਜ਼ ਜਾਣ ਕੇ ਇਹਦੇ ਲਈ ਅੱਗੇ ਆਉਣਾ ਚਾਹੀਦਾ। ਭਾਵੇਂ ਕੋਈ ਕਿਸੇ ਪਾਰਟੀ ਨਾਲ ਜੁੜੇ ਹੈ, ਭਾਵੇਂ ਕੋਈ ਕਿਸੇ ਸੰਪਰਦਾ ਦੇ ਨਾਲ ਜੁੜੇ ਹੈ, ਭਾਵੇਂ ਕੋਈ ਕਿਸੇ ਸੰਸਥਾ ਦੇ ਨਾਲ ਜੁੜੇ ਆ, ਜੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਸਾਰਿਆਂ ਦੇ ਸਾਂਝੇ ਗੁਰੂ ਨੇ, ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਬਹਾਲੀ ਦੇ ਲਈ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਇਹ ਲੜਾਈ ਲੜਨੀ ਚਾਹੀਦੀ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਇੱਦਾਂ ਦਾ ਡੇਰਾਵਾਦੀ ਅਖੌਤੀ ਸਾਧ ਜਿਹੜਾ ਹੈ ਇਸ ਤਰ੍ਹਾਂ ਗੁਰੂ ਦੀ ਬੇਅਬਦੀ ਜਿਹੜੀ ਹੈ ਨਾ ਕਰ ਸਕੇ। ਆਓ ਇਹਨੀਆਂ ਕੁ ਬੇਨਤੀਆਂ ਪ੍ਰਵਾਨ ਆਪ ਜੀ ਇਸੇ ਤਰ੍ਹਾਂ ਪਿਆਰ ਦੇ ਨਾਲ ਬੈਠ ਕੇ ਗੁਰੂ ਸਵਾਰਿਆਂ ਪਾਸੋਂ ਗੁਰਬਾਣੀ ਦੇ ਪਾਵਨ ਸ਼ਬਦ ਕੀਰਤਨ ਸਰਵਣ ਕਰੋ ਜੀ। ਆਓ ਆਪਾਂ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾ ਦੇਈਏ ਜੀ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹੈ ਸਰ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।